ਗੁਰੂ ਸਮਰੱਥ ਗਹਿ ਕਰਿਆ ਧਰੁਵ, ਬੁੱਧ ਸਮਤ ਸਮਾਰਨ ਕੋ। ਧੰਨ ਭੱਟ ਜੀ, ਭੱਟ ਮਥੁਰਾ ਜੀ ਸਤਿਗੁਰੂ ਗਰੀਬ ਨਿਵਾਜ ਜੀ ਦੀ ਵਡਿਆਈ ਕਰਦਿਆਂ ਉਚਾਰਨ ਕਰਦੇ ਹਨ ਕਿ ਸਮਤ ਸ੍ਰੇਸ਼ਟ ਮਤ ਵਾਲੇ, ਸ੍ਰੇਸ਼ਟ ਮਤੀ ਦਾ ਬੋਧ ਕਰਾਉਣ ਵਾਲੀ ਜੋ ਬੁੱਧੀ ਦੇ ਨਾਲ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਨੂੰ ਸੰਵਾਰਨ ਯਾਦ ਕਰਨ ਦਾ ਜਿਹੜਾ ਨਾ ਜੋ ਸਰਵ ਸ਼ਕਤੀਮਾਨ ਵਾਹਿਗੁਰੂ ਜੀ ਹਨ, ਵਾਹਿਗੁਰੂ ਜੀ ਨੂੰ ਯਾਦ ਕਰਨ ਦੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਦੀ ਜੋ ਬਿਰਤੀ ਹੈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਪਕੜ ਕਰਕੇ ਅਚਲ ਸਰੂਪ ਵਿੱਚ ਧਰੁਵ ਅਚਲ ਕਰ ਦਿੱਤੀ ਤੇ ਵਾਹਿਗੁਰੂ ਦੇ ਸਰੂਪ ਵਿੱਚ ਅਥਵਾ ਜੋ ਸ੍ਰੇਸ਼ਟ ਮਤੀ ਵਾਲੇ ਪੁਰਖਾਂ ਨੂੰ ਬੁੱਧੀ ਅੰਦਰ ਬ੍ਰਹਮ ਦਾ ਬੋਧ ਦੇਣ ਵਾਸਤੇ ਹਰ ਵਕਤ ਪਰਮੇਸ਼ਰ ਨੂੰ ਯਾਦ ਰੱਖਣ ਵਾਸਤੇ ਸਮਰੱਥ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਦੀ ਬਿਰਤੀ ਨੂੰ ਪਕੜ ਕੇ ਕਰਿਆ ਧਰੁਵ, ਧਰੂ ਵਾਂਗ, ਧਰੂ ਭਗਤ ਵਾਂਗ ਅਚਲ ਕਰ ਦਿੱਤਾ ਹੈ। ਫੁਨ ਧਰਮ ਤੁਝਾ ਫਹਿਰੰਤ ਸਦਾ, ਅਘ ਪੁੰਜ ਤਰੰਗ ਨਿਵਾਰਨ ਕੋ। ਪੁਨ੍ਹਾ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਜੋ ਧਰਮ ਦੀ ਤੁਝਾ ਕਹੀਏ ਨਿਸ਼ਾਨ ਹਮੇਸ਼ਾ ਹੀ ਝੂਲ ਰਿਹਾ ਨਾ। ਭਾਵ ਉਹ ਉਪਦੇਸ਼ ਕਰਦਾ ਹੈ ਕਿ ਜੀਵ ਆਵੇ ਤੇ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਪ ਦੂਰ ਕਰੇ। ਆਓ ਜੀਓ ਇਸ ਸਰੋਵਰ ਵਿੱਚ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰਕੇ ਤੇ ਆਪਣੇ ਪਾਪ ਦੂਰ ਕਰ ਲਓ। ਗੁਰਾਂ ਪਾਸੋਂ ਮੁਕਤੀ ਦਾ ਉਪਦੇਸ਼ ਪ੍ਰਾਪਤ ਕਰੋ ਅਤੇ ਸਰੋਵਰ ਦੀਆਂ ਜੋ ਲਹਿਰਾਂ ਨਾ ਜਲ ਦੀਆਂ, ਅੰਮ੍ਰਿਤ ਜਲ ਦੀਆਂ, ਸਮੂਹ ਪਾਪਾਂ ਨੂੰ ਸੋ ਪੁੰਜ ਜੋ ਸਮੂਹ ਅਗ ਪਾਪਾਂ ਨੂੰ ਅਤੇ ਸੰਕਲਪਾਂ ਵਿਕਲਪਾਂ ਨੂੰ ਮੇਟਣ ਵਾਲੇ ਹਨ। ਇਸ ਤਰ੍ਹਾਂ ਇਹ ਸਮਰੱਥ ਫੁਨ ਧਰਮ ਤੁਝਾ ਫਹਿਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕਉ। ਸਾਰੇ ਹੀ ਪਾਪਾਂ ਦੀਆਂ ਲਹਿਰਾਂ ਨੂੰ ਨਿਵਰਤ ਕਰਨ ਵਾਸਤੇ ਇਹ ਸਮਰੱਥ ਹੈ। ਹਾਂਜੀ, ਇਸੇ ਤਰ੍ਹਾਂ ਪਿਆਰਿਓ ਦੂਸਰਾ ਅਰਥ ਇਸ ਤਰ੍ਹਾਂ ਜਾਣਨਾ ਬੇਨਤੀ ਹੈ। ਸੱਚੇ ਪਾਤਸ਼ਾਹ ਮੇਰੀ ਡੋਲ ਰਹੀ ਚੰਚਲ ਬੁੱਧੀ ਨੂੰ ਸਮਰੱਥ ਸਤਿਗੁਰੂ ਜੀ ਨੇ ਪਕੜ ਕਰਕੇ ਅਡੋਲ ਕਰ ਦਿੱਤਾ। ਮੈਨੂੰ ਨਾਮ ਸਿਮਰਨ ਕਰਨ ਵਾਲੀ ਸ੍ਰੇਸ਼ਟ ਮੱਤ ਬਖਸ਼ ਕਰ ਦਿੱਤੀ ਹੈ। ਸਾਰੇ ਪਾਪਾਂ ਦੇ ਫੁਰਨੇ ਦੂਰ ਕਰਨ ਨੂੰ ਗਰੀਬ ਨਿਵਾਜ ਧੰਨ ਗੁਰੂ ਰਾਮਦਾਸ ਜੀ ਦੇ ਸਰੂਪ ਰੂਪੀ ਧਰਮ ਦਾ ਝੰਡਾ ਝੂਲ ਰਿਹਾ ਹੈ। ਧਰਮ ਤੁਝਾ ਕਹੀਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਪਾਸੋਂ ਜੋ ਨਿਰਮਲ ਪੰਥ ਦੀ ਸਾਜਨਾ ਕੀਤੀ ਹੈ ਨਾ, ਮਾਰਿਆ ਸਿੱਕਾ ਜਗਤ ਮਹਿ ਨਾਨਕ ਨਿਰਮਲ ਪੰਥ ਚਲਾਇਆ। ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਧਰਮ ਦੀ ਧੁਜਾ, ਇਹ ਪੰਥ ਜਿਹੜਾ ਹੈ ਪ੍ਰਗਟ ਕੀਤਾ ਹੈ।
ਸਾਰੇ ਅਦਵੈਤ ਮਤ ਨੂੰ ਮੰਨਣ ਵਾਲੇ, ਜਾਤ ਪਾਤ ਹਿੰਦੂ ਮੁਸਲਮਾਨ ਮਜ਼ਹਬ ਆਦਿਕ ਦੀ ਦਵੈਸ਼ ਤੋਂ ਰਹਿਤ ਇਹ ਤੀਸਰਾ ਪੰਥ ਸਤਿਗੁਰੂ ਜੀ ਨੇ ਸੰਸਾਰ ਵਿੱਚ ਪ੍ਰਗਟ ਕੀਤਾ। ਜਿਸ ਵੇਲੇ ਨਿਰੰਗੇ ਨੇ ਕਿਹਾ ਕਿ ਮੈਂ ਦੋਵਾਂ ਤੋਂ ਇੱਕ ਬਣਾ ਦੇਣਾ, ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨੂੰ ਦ੍ਰਿਸ਼ਟਾਂਤ ਦਿੱਤਾ ਕਿ ਵੇਖ, ਸਵਾ ਮਣ ਕਾਲੀਆਂ ਮਿਰਚਾਂ ਲੈ ਕਰਕੇ ਸੋ ਉਹ ਜਿਹੜੀਆਂ ਮਿਰਚਾਂ ਸਨ ਉਹਨਾਂ ਨੂੰ ਲੱਕੜਾਂ ਦੇ ਢੇਰ ਦੇ ਉੱਪਰ ਸੋ ਇਸ ਤਰ੍ਹਾਂ ਸਾੜ ਕਰਕੇ ਬਾਲ ਕੇ ਉਹਨੂੰ ਪੀਸਣਾ ਕੀਤਾ, ਕੱਪੜ ਛਾਣ ਕੀਤਾ ਉਹ ਲੱਕੜਾਂ ਦੇ ਢੇਰ ਨੂੰ। ਉਹਦੇ ਵਿੱਚੋਂ ਗੁਰੂ ਕੇ ਪਿਆਰਿਓ 3 ਜੋ ਮਿਰਚਾਂ ਸਾਬਤ ਰਹੀਆਂ। ਸਾਨੂੰ ਗੁਰੂ ਗਰੀਬ ਨਵਾਜ ਜੀ ਨੇ ਇਹ ਸਿੱਖਿਆ ਦਿੱਤੀ। ਉਸ ਵੇਲੇ ਬਚਨ ਕੀਤੇ। ਮਹਾਰਾਜ ਕਹਿਣ ਲੱਗੇ ਇਹ ਵੇਖੋ, ਕਹਿਣ ਲੱਗਾ ਜੀ ਇਹ ਕੀ? ਸਤਿਗੁਰੂ ਜੀ ਨੇ ਬਚਨ ਕੀਤੇ ਇਹ ਪਰਮਾਤਮਾ ਦੀ ਖੁਦਾ ਦੀ ਮਰਜ਼ੀ ਹੈ। ਤੂੰ ਚਾਹੁੰਦਾ ਦੋਹਾਂ ਤੋਂ ਇੱਕ ਕਰਨਾ ਤੇ ਪਰਮੇਸ਼ਰ ਨੂੰ ਪਰਵਦਗਾਰ ਨੂੰ ਕੁਝ ਹੋਰ ਹੀ ਪਾਉਂਦਾ। ਉਹ ਦੋਹਾਂ ਤੋਂ 3 ਇਹ ਰਾਗ ਦਵੈਖ ਤੋਂ ਵੱਖਰਾ ਤੀਸਰਾ ਖਾਲਸਾ ਪੰਥ ਸਾਜਣ ਦਾ ਵਾਹਿਗੁਰੂ ਜੀ ਦਾ ਹੁਕਮ ਹੋ ਗਿਆ। ਇਸ ਤਰ੍ਹਾਂ ਵੇਖ ਇਹ 5 ਮਣ ਮਿਰਚਾਂ ਦੇ ਵਿੱਚੋਂ ਇਹ 3 ਸਾਬਤ ਨਿਕਲੀਆਂ। ਇਹ ਤੈਨੂੰ ਦ੍ਰਿਸ਼ਟਾਂਤ ਦਿੱਤਾ। ਗੁਰੂ ਕੇ ਪਿਆਰਿਓ ਸਤਿਗੁਰੂ ਗਰੀਬ ਨਵਾਜ ਜੀ ਨੇ ਇਹ ਗੁਰਮੁਖ ਗਾਡੀ ਰਾਹੋਂ ਚਲਾਇਆ ਜੋ ਸ਼ਰਨ ਆਇਆਂ ਦੀ ਰੱਖਿਆ ਕਰਦੇ ਅਤੇ ਦਸਾਂ ਨਾਹਾਂ ਦੀ ਕਿਰਤ ਕਰਕੇ ਤੇ ਗੁਰੂ ਦੇ ਪ੍ਰਥਾਏ ਇਹ ਗੁਰੂ ਲੰਗਰ ਚਲਾਉਂਦੇ। ਜਿੱਥੋਂ ਕੋਈ ਵੀ ਗਰੀਬ ਗੁਰਬਾ ਸੋ ਥੱਕਿਆ ਟੁੱਟਿਆ ਰਾਹੀ ਪਾਂਦੀ ਆ ਕੇ ਗੁਰੂ ਕੇ ਲੰਗਰ ਸੋ ਗੁਰੂ ਕੇ ਲੰਗਰਾਂ ਵਿੱਚੋਂ ਲੰਗਰ ਪ੍ਰਸ਼ਾਦ ਛਕੇ, ਗੁਰੂ ਕਾ ਜਸ ਗਾਏ। ਇਸ ਤਰ੍ਹਾਂ ਜਿਹੜੇ ਮਜ਼ਲੂਮ ਹੈ ਉਹਨਾਂ ਦੀ ਰੱਖਿਆ ਕਰਨ ਵਾਸਤੇ ਗੁਰੂ ਪਿਆਰਿਓ ਧੰਨ ਗੁਰੂ ਗਰੀਬ ਨਵਾਜ ਜੀ ਨੇ ਆਪ ਵੀ ਮਜ਼ਲੂਮਾਂ ਦੀ ਰੱਖਿਆ ਕੀਤੀ। ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ 5ਵੇਂ ਪਾਤਸ਼ਾਹ ਜੀ ਤੱਕ 6ਵੇਂ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਫੌਜ ਤਿਆਰ ਕਰ ਦਿੱਤੀ ਸਿੱਖ ਯੋਧਿਆਂ ਦੀ ਔਰ 4 ਧਰਮ ਦੇ ਯੁੱਧ ਕੀਤੇ, ਦੁਸ਼ਟਾਂ ਦਾ ਨਾਸ਼ ਕੀਤਾ, ਧਰਮ ਦੀ ਜੈ ਜੈਕਾਰ ਕੀਤੀ। ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਮਜ਼ਲੂਮ ਜਿਨ੍ਹਾਂ ਤੇ ਜ਼ੁਲਮ ਅਤਿਆਚਾਰ ਹੋ ਰਿਹਾ ਸੀ, ਇਹ ਹਿੰਦੂ ਧਰਮ ਦੇ ਲੋਕ ਕਿਰਪਾ ਰਾਮ ਪੰਡਤ ਜੀ ਦੀ ਅਗਵਾਈ ਵਿੱਚ ਸਤਿਗੁਰਾਂ ਦੇ ਹਜ਼ੂਰ ਪਹੁੰਚੇ। ਸਤਿਗੁਰੂ ਜੀ ਨੇ ਉਹਨਾਂ ਦੀ ਬਾਂਹ ਫੜੀ, ਫਰਿਆਦ ਨੂੰ ਸੁਣ ਕੇ ਆਪਣਾ ਸੀਸ ਕੁਰਬਾਨ ਕਰ ਦਿੱਤਾ, ਪਰ ਸ਼ਰਨ ਪਿਆਂ ਦੀ ਲਾਜ ਰੱਖੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਰਾ ਪਰਿਵਾਰ ਵਾਰ ਕੇ ਔਰ ਜਿੰਨੇ ਵੀ ਇਹ ਸ਼ਰਨ ਆਏ ਇਹਨਾਂ ਦੀ ਲਾਜ ਨਿਭਾਈ। ਗੁਰੂ ਪਿਆਰਿਓ ਅਨੇਕਾਂ ਹੀ ਗੁਰ ਇਤਿਹਾਸ ਵਿੱਚ ਸਾਖੀਆਂ ਹਨ ਜੋ ਸਤਿਗੁਰੂ ਜੀ ਦੇ ਹਜ਼ੂਰ ਆ ਕਰਕੇ ਮਜ਼ਲੂਮਾਂ ਨੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਸਾਨੂੰ ਇਹ ਜ਼ਾਲਮ ਤੰਗ ਕਰਦੇ ਆ। ਇੱਕ ਆਬਾਸੀ ਪਠਾਣਾ ਦਾ ਬ੍ਰਾਹਮਣ ਸੀ, ਉਹਦੀ ਬ੍ਰਾਹਮਣੀ ਨੂੰ ਉਹ ਪਠਾਨ ਚੁੱਕ ਕੇ ਲੈ ਗਿਆ ਹਾਕਮ। ਸਤਿਗੁਰਾਂ ਦੇ ਹਜ਼ੂਰ ਆ ਕਰਕੇ ਉਹਨੇ ਫਰਿਆਦ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਇਹ ਡਿਊਟੀ ਲਾਈ। ਨਾਲ
ਸਿੰਘ ਸਰਦਾਰਾਂ ਦੀ ਫੌਜ ਭੇਜੀ। ਗੁਰੂ ਕਾ ਸਪੁੱਤਰ ਗੁਰੂ ਕਾ ਸਾਹਿਬਜ਼ਾਦਾ ਇਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੋ ਉਹ ਦਿਨੇ ਜਾ ਕਰਕੇ ਉਸ ਪਠਾਨ ਦੇ ਉੱਪਰ ਹਮਲਾ ਕਰਕੇ ਉਹਦੇ ਕੋਲੋਂ ਬ੍ਰਾਹਮਣੀ ਜੋ ਸੀ ਵਾਪਸ ਲਿਆ ਕੇ ਉਸ ਨੂੰ ਦਿੱਤੀ। ਇਸ ਤਰ੍ਹਾਂ ਗੁਰੂ ਕਾ ਖਾਲਸਾ ਸਤਿਗੁਰੂ ਜੀ ਦੇ ਪਾਏ ਪੂਰਨਿਆਂ ਤੇ ਚੱਲਦਾ ਰਿਹਾ। ਗੁਰੂ ਪ੍ਰੇਮੀਓ, ਸੋ ਖਾਲਸਾ ਰਾਜ ਵੇਲੇ ਔਰ ਸਿੱਖ ਮਿਸਲਾਂ ਦੇ ਸਮੇਂ ਵੀ ਗੁਰੂ ਕੇ ਖਾਲਸੇ ਨੇ ਇਸ ਤਰ੍ਹਾਂ ਮਜ਼ਲੂਮਾਂ ਦੀ ਰੱਖਿਆ ਕਰਨੀ ਬਰਕਰਾਰ ਰੱਖੀ। ਚੜ੍ਹਦੀ ਕਲਾ 'ਚ ਗੁਰੂ ਕਾ ਖਾਲਸਾ ਇਹ ਸੇਵਾ ਨਿਭਾਉਂਦਾ ਰਿਹਾ। ਇੱਕ ਬ੍ਰਾਹਮਣ ਦੀ ਬ੍ਰਾਹਮਣੀ ਨੂੰ ਲਾਹੌਰ ਦਾ ਹਾਕਮ ਚੁੱਕ ਕੇ ਲੈ ਗਿਆ। ਉਹਨੇ ਆ ਕੇ ਅਕਾਲ ਤਖਤ ਸਾਹਿਬ ਦੇ ਉੱਪਰ ਸਿੱਖ ਮਿਸਲਾਂ ਦੇ ਕੋਲ, ਸਿੱਖ ਸਰਦਾਰਾਂ ਦੇ ਕੋਲ ਆ ਕਰਕੇ ਬੇਨਤੀ ਕੀਤੀ। ਉਸ ਵੇਲੇ ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਜੀ ਨੇ ਉਸੇ ਵੇਲੇ ਬਚਨ ਕੀਤਾ ਕਿ ਅਸੀਂ ਤੇਰੀ ਇਹ ਮਦਦ ਕਰਾਂਗੇ। ਬਾਕੀ ਅਜੇ ਸਿੰਘ ਸਰਦਾਰ ਵਿਚਾਰ ਵੀ ਕਰ ਰਹੇ ਸੀ ਕਿ ਗੁਰਮਤਾ ਕਰਦੇ ਹਾਂ, ਕਿਸ ਪ੍ਰਕਾਰ ਰਣਨੀਤੀ ਤਿਆਰ ਕਰਕੇ ਹਮਲਾ ਕਰਾਂਗੇ, ਯੁੱਧ ਕਰਾਂਗੇ। ਕਹਿਣ ਲੱਗਾ ਜੀ ਮੈਂ ਤੇ ਹੁਣ ਬਚਨ ਕਰ ਦਿੱਤਾ। ਭਾਈ ਹਰੀ ਸਿੰਘ ਭੰਗੀ ਆਪਣੀ ਮਿਸਲ ਨੂੰ ਲੈ ਕੇ ਚੱਲ ਪਿਆ। ਪਿੱਛੇ ਹੀ ਸਾਰੇ ਸਿੰਘ ਸਰਦਾਰ ਆਪੋ ਆਪਣੀਆਂ ਮਿਸਲਾਂ ਨੂੰ, ਫੌਜਾਂ ਨੂੰ ਲੈ ਕੇ ਚੱਲ ਪਏ। ਲਾਹੌਰ ਨੂੰ ਘੇਰਾ ਪਾ ਕੇ ਤੇ ਉਹਦੇ ਉਸ ਦੁਸ਼ਟ ਨੂੰ ਸੋਧ ਕੇ ਤੇ ਇਸ ਪ੍ਰਕਾਰ ਉਹਦੀ ਬ੍ਰਾਹਮਣ ਦੀ ਜੋ ਬ੍ਰਾਹਮਣੀ ਸੀ ਉਹਨੂੰ ਛੁਡਾ ਕੇ ਦਿੱਤੀ। ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਜ਼ੁਲਮ ਦਾ ਟਾਕਰਾ ਔਰ ਸ਼ਰਨ ਆਏ ਮਜ਼ਲੂਮਾਂ ਦੀ ਰੱਖਿਆ ਗੁਰੂ ਕੇ ਸਿੰਘ ਕਰਦੇ ਰਹੇ। ਉਹ ਬ੍ਰਾਹਮਣ ਨੇ ਖੁਸ਼ ਹੋ ਕਰਕੇ ਇਹ ਅਸੀਸਾਂ ਦਿੱਤੀਆਂ, ਜਿਸ ਨੂੰ ਕਵੀ ਜੀ ਨੇ ਲਿਖਿਆ ਹੈ, ਬਾਜਤ ਨਗਾਰੇ ਰਹੇ ਵਾਹਨ ਸ਼ਿੰਗਾਰੇ ਰਹੇ, ਬਾਜਤ ਨਗਾਰੇ ਰਹੇ ਵੈਰੀ ਭੂਮ ਡਾਰੇ ਰਹੇ, ਜੇ ਧਰਈਆ ਤਾਜ ਕੇ ਸੰਗਤਾਂ ਆਵਾਜ਼ ਰਹੇ। ਆਵ ਤੇ ਪ੍ਰਸਾਦ ਰਹੇ ਅਤ ਅਹਿਲਾਦ ਰਹੇ, ਯਾਦ ਮੈਂ ਸੁਕਾਜ ਕੇ ਗਾਦੀਆਂ ਅਟਲ ਰਹੇ, ਚੌਂਕੀਆਂ ਅਚਲ ਰਹੇ, ਬੁੰਗੇ ਝੱਲਾਂ ਝੱਲ ਰਹੇ, ਸਹਿਤ ਸੰਵਾਜ ਕੇ ਲਾਗਤੇ ਦੀਵਾਨ ਰਹੇ, ਗਾਵਤੇ ਸੁਜਾਨ ਰਹੇ, ਝੂਲਤੇ ਨਿਸ਼ਾਨ ਰਹੇ ਗੁਰੂ ਮਹਾਰਾਜ ਕੇ। ਇਸ ਤਰ੍ਹਾਂ ਗੁਰੂ ਪਿਆਰਿਓ ਉਹਦੇ ਭਾਵ ਨੂੰ ਕਵੀ ਜੀ ਨੇ ਵਰਣਨ ਕੀਤਾ। ਗੁਰੂ ਕੇ ਖਾਲਸਾ ਦੀ ਇਹ ਜੋ ਖਾਲਸਾ ਪੰਥ ਰੂਪੀ ਜੋ ਧਰਮ ਦੀ ਤੁਜਾ ਹੈ ਨਾ, ਜੋ ਸਤਿਗੁਰੂ ਜੀ ਨੇ ਸਾਜਣਾ ਕੀਤੀ ਹੈ, ਇਹ ਸਦਾ ਹੀ ਫਹਿਰੰਤ ਸਦਾ ਇਹ ਝੂਲ ਰਹੀ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਨਾਲ ਜੋ ਸ਼ਰਨਾਂ ਦੀ ਰੱਖਿਆ ਕਰਨ ਵਾਲੀ ਹੈ ਔਰ ਮਜ਼ਲੂਮਾਂ ਦੀ ਰੱਖਿਆ ਤੇ ਇਸੇ ਤਰ੍ਹਾਂ ਜ਼ਾਲਮ ਦੀ ਭਖਿਆ ਕਰਨ ਵਾਲਾ ਹੈ। ਇਸੇ ਤਰ੍ਹਾਂ ਆਸਰੀ ਸੰਪਦਾ ਨੂੰ ਨਾਸ਼ ਕਰਨ ਲਈ ਤੇ ਧਰਮ ਦੀ ਤੁਜਾ ਜੋ ਇਹ ਜੈਵੀ ਗੁਣ ਸ਼ੁਭ ਗੁਣ ਹੈ, ਇਹਨਾਂ ਦਾ ਪ੍ਰਕਾਸ਼ ਕਰਨ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਰੂਪੀ ਖੜਗ ਲੈ ਕਰਕੇ ਗਿਆਨ ਖੜਗ ਪੰਜ ਦੂਤ ਸੰਘਾਰੇ, ਗੁਰਮਤਿ ਜਾਗੇ ਸੋਏ, ਇਹ ਪੰਜੇ ਦੂਤਾਂ ਨੂੰ ਨਾਸ਼ ਕਰ ਦਿੱਤਾ। ਸੋ ਇਸ ਪ੍ਰਕਾਰ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਧਰਮ ਦੀ ਤੁਜਾ ਸਦਾ ਝੂਲ ਰਹੀ ਹੈ। ਮਥੁਰਾ ਜਨ ਜਾਨ ਕਹੀ ਜੀ ਸਾਚ, ਸੋ ਔਰ ਕਛੂ ਨਾ ਵਿਚਾਰਨ ਕੋ। ਮਥੁਰਾ ਨਾਮੇ ਭੱਟ ਜੀ ਇਹ ਕਥਨ ਕਰਦੇ ਆ ਕਿ ਮੈਂ ਦਾਸ ਨੇ ਇਹ ਵਿਚਾਰ ਕਰਕੇ ਇਹ ਭੱਟ ਜਨੋ, ਇਹ ਸੰਗਤ ਜੀ ਇਹ ਬਾਤ ਕਹੀ ਹੈ, ਇਹਦੇ ਵਿੱਚ ਹੋਰ ਕੋਈ ਵਿਚਾਰ ਨਹੀਂ ਰਹਿ ਜਾਂਦੀ। ਬਾਕੀ ਕਿਹੜੀ ਵਿਚਾਰ ਹੈ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਰੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਾਰੇ ਬਚਨ ਕਰਦੇ ਆ ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਆ, ਇਹਨਾਂ ਤੋਂ ਬਗੈਰ ਹੋਰ ਕੋਈ ਵਿਚਾਰਨ ਵਾਲੀ ਚੀਜ਼ ਨਹੀਂ ਹੈ। ਹਰਿ ਨਾਮ ਬੋਹਿਥ ਬੜੋ ਕਲ ਮੈਂ, ਭਵ ਸਾਗਰ ਪਾਰ ਉਤਾਰਨ ਕੋ। ਔਰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਕਲਯੁਗ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਹਰੀ ਦੇ ਨਾਮ ਨੂੰ ਵੱਡਾ ਇਹ ਤੁਲਹਾ ਹੈ, ਜਹਾਜ਼ ਹੈ। ਸੰਤਤ ਹੀ ਸਤ ਸੰਗਤ ਸੰਗ, ਸੁਰੰਗ ਰਤੇ ਜਸ ਗਾਵਤ ਹੈ। ਨਿਰੰਤਰ ਇੱਕ ਰਸ ਸਤ ਸੰਗਤ ਦੇ ਨਾਲ ਮਿਲ ਕਰਕੇ ਸ਼੍ਰੇਸ਼ਟ ਰੰਗ ਵਿੱਚ ਤਦਾਕਾਰ ਹੋਏ ਜੋ ਸੰਤ ਮਹਾਂਪੁਰਖ ਗੁਰੂ ਕੇ ਸਿੱਖ ਸਤਿਗੁਰੂ ਜੀ ਦਾ ਜਸ ਗਾਉਂਦੇ ਹਨ। ਧਰਮ ਪੰਥ ਧਰਿਓ ਧਰਨੀ ਧਰ ਆਪ, ਰਹੇ ਲਿਵ ਧਾਰ ਨਾ ਧਾਵਤ ਹੈ। ਧਰਣੀ ਨੂੰ ਧਰਤੀ ਨੂੰ ਧਾਰਨ ਵਾਲੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਧਰਮ ਦਾ ਰਸਤਾ ਆਪ ਧਾਰਨ ਕੀਤਾ ਹੈ, ਸੋ ਕਾਇਮ ਕੀਤਾ ਹੈ। ਜੋ ਗੁਰਮੁਖ ਜਨ ਆਪ ਜੀ ਦੇ ਚਰਨਾਂ 'ਚ ਲਿਵ ਲਾਉਂਦੇ ਆ ਨਾ, ਰਹੇ ਲਿਵ ਧਾਰ ਨਾ ਧਾਵਤ ਹੈ। ਪਿਆਰਿਓ, ਉਹਨਾਂ ਦਾ ਮਨ ਹੋਰ ਕਿਸੇ ਪਾਸੇ ਵਾਸ਼ਨਾ ਵੱਲ ਨਹੀਂ ਧਮਦਾ, ਨਹੀਂ ਭੱਜਦਾ। ਮਥੁਰਾ ਭਨ ਭਾਗ ਭਲੇ ਉਨ ਕੇ, ਮਨ ਇੱਛਤ ਹੀ ਫਲ ਪਾਵਤ ਹੈ। ਧੰਨ ਭੱਟ ਮਥੁਰਾ ਜੀ ਫਰਮਾਉਂਦੇ ਹਨ ਕਿ ਉਹਨਾਂ ਦੇ ਵੱਡੇ ਭਾਗ ਆ ਭਾਈ, ਉਹ ਤਾਂ ਮਨ ਇੱਛਤ ਫਲ ਪ੍ਰਾਪਤ ਕਰਦੇ ਹਨ। ਗੁਰੂ ਕੇ ਪਿਆਰੇ ਜੋ ਸਤਿਗੁਰੂ ਜੀ ਦੀ ਸੇਵਾ 'ਚ ਸੋ ਹਾਜ਼ਰ ਰਹਿੰਦੇ ਆ, ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਿਦਾਤਾ। ਉਹ ਤਾਂ ਉਹਨਾਂ ਦੀਆਂ ਪੂਰੀਆਂ ਪੈ ਗਈਆਂ ਵਿਧਾਤੇ ਰੂਪ ਸਤਿਗੁਰੂ ਜੀ ਨੂੰ ਯਾਦ ਕਰ ਕਰਕੇ, ਕਿਉਂਕਿ ਸਾਰੇ ਪਦਾਰਥਾਂ ਦੇ ਦਾਤੇ ਹਨ ਸਤਿਗੁਰੂ ਜੀ। ਧਰਮ ਅਰਥ ਤੇ ਕਾਮ ਮੋਖ ਦੇ ਦਾਤੇ ਹਨ ਸਤਿਗੁਰੂ। ਰਵ ਕੇ ਸੁਤ ਕੋ ਤੈਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਇੱਥੇ ਗੁਰੂ ਪਿਆਰਿਓ ਸੰਸਾਰ ਵਿੱਚ ਉਹਨਾਂ ਨੂੰ ਸਾਰੇ ਪਦਾਰਥ ਮਿਲਦੇ ਆ, ਭਾਵਨਾਵਾਂ ਪੂਰੀਆਂ ਹੁੰਦੀਆਂ, ਇੱਛਾਵਾਂ ਪੂਰੀਆਂ ਹੁੰਦੀਆਂ, ਅਤੇ ਪਰਲੋਕ ਵਿੱਚ ਵੀ ਉਹਨਾਂ ਨੂੰ ਰਾਵ ਕੇ ਸੁਤ, ਸੂਰਜ ਦਾ ਪੁੱਤਰ ਕੌਣ ਮੰਨਿਆ? ਧਰਮ ਰਾਜਾ ਯਮਰਾਜ। ਯਮ ਦਾ ਕਿਹੜਾ ਡਰ ਹੈ? ਭਾਵ ਕੋਈ ਡਰ ਨਹੀਂ ਰਹਿੰਦਾ। ਜੋ ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਵਿੱਚ ਚਿੱਤ ਲਾਉਂਦੇ ਹਨ। ਨਿਰਮਲ ਨਾਮ ਸੁਧਾ ਪਰ ਪੂਰਨ, ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਿਰਮਲ ਨਾਮ ਅੰਮ੍ਰਿਤ ਹੈ, ਅੰਮ੍ਰਿਤ ਪਰਿਪੂਰਨ, ਸਾਰਿਆਂ ਨੂੰ ਭਰਪੂਰਨ ਭਰਨ ਵਾਲਾ, ਪਰਿਪੂਰਨ ਕਰਨ ਵਾਲਾ, ਅਥਵਾ ਸਾਰੇ ਥਾਵਾਂ ਦਾ ਜੋ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦਾ ਨਾਮ ਜੋ ਨਿਰਮਲ ਹੈ, ਅੰਮ੍ਰਿਤ ਜੈਸਾ, ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ। ਸਤਿਗੁਰੂ ਜੀ ਦੇ ਦਰਬਾਰ ਵਿੱਚ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ, ਦਿਨ ਤੋਂ ਚੜ੍ਹਨ ਤੋਂ ਪਹਿਲਾਂ ਹੀ, ਸੂਰਜ ਚੜ੍ਹਨ ਤੋਂ ਪਹਿਲਾਂ ਹੀ ਵੇਖੋ ਸ਼ਬਦ ਰੂਪੀ ਤਰੰਗਾਂ ਜਿਹੜੀਆਂ ਨਾ, ਲਹਿਰਾਂ, ਇਹ ਅੰਮ੍ਰਿਤ ਵੇਲੇ ਹੀ ਦੁਪਹਿਰੇ ਹੀ
ਸੋ ਕੀਰਤਨ ਪ੍ਰਾਰੰਭ ਹੋ ਜਾਂਦਾ ਹੈ। ਔਰ ਦਿਨ ਚੜ੍ਹੇ ਤੱਕ ਆਸਾ ਜੀ ਦੀ ਵਾਰ ਦਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਸੰਭੋਗ ਪੈ ਜਾਂਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਤਸੰਗਤ ਦੇ ਵਿੱਚ ਸਾਰੇ ਥਾਈਂ ਜਿੱਥੇ ਜਿੱਥੇ ਗੁਰੂ ਕੀ ਸੰਗਤ ਹੈ, ਗੁਰੂ ਕੇ ਪਿਆਰਿਓ, ਉੱਥੇ ਉੱਥੇ ਇਸ ਤਰ੍ਹਾਂ ਸ਼ਬਦ ਦੀਆਂ ਲਹਿਰਾਂ, ਇਹ ਭਾਵੇਂ ਕੀਰਤਨ ਦੇ ਰੂਪ ਵਿੱਚ ਹੈ, ਭਾਵੇਂ ਗੁਰਬਾਣੀ ਦਾ ਪਾਠ ਕਰਦੇ ਆ ਗ੍ਰੰਥੀ ਸਿੰਘ, ਅੰਮ੍ਰਿਤ ਵੇਲੇ ਤੋਂ ਹੀ ਪ੍ਰਾਰੰਭ ਹੋ ਜਾਂਦੀਆਂ ਹਨ, ਪਰਿਪੂਰਨ ਸਾਰੇ ਥਾਵਾਂ 'ਤੇ ਫੈਲਦੀਆਂ ਹਨ। ਗਹਿਰ ਗੰਭੀਰ ਅਥਾਹ ਅਤ ਬੜ ਸੁਭਰ, ਸਦਾ ਸਭ ਬਿਧ ਰਤਨਾਗਰ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਗਹਿਰ ਨਿਰਹਲ ਹੋ, ਗੰਭੀਰ ਡੂੰਘੇ ਹੋ, ਅਥਾਹ ਹੋ, ਅਥਾਹ ਬੇਹਾਥ ਹੋ, ਬੇਥਾਹ ਹੋ, ਅਤ ਵੱਡ ਸੁਭਰ ਅਤੇ ਅਤਿਅੰਤ ਹੀ ਵੱਡੇ ਸੁਭਰ ਹੋ, ਪਰਿਪੂਰਨ ਹੋ। ਸੁਭਰ ਉਜੜ ਸਰੂਪ ਹੈ ਆਪ ਜੀ ਦਾ ਸ਼ੋਭ ਰਿਹਾ। ਸਦਾ ਸਭ ਵਿਦ ਰਤਨਾਗਰ, ਔਰ ਆਪ ਜੀ ਸਦਾ ਸਾਰੀਆਂ ਵਿਧੀਆਂ ਕਰਕੇ ਰਤਨਾਗਰ, ਰਤਨਾਂ ਦੀ ਆਗਰ ਖਾਨ ਹੋ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ। ਸੰਤ ਮਰਾਲ ਕਰਹਿ ਕੰਤੂਹਲ, ਤਿਨ ਜਮ ਤਰਾਸ ਮਿਟਿਓ ਦੁਖ ਕਾਗਰ। ਸੰਤ ਜੋ ਹੰਸਾਂ ਦੀ ਨਿਆਈ ਹਨ, ਆਪ ਜੀ ਦੇ ਸਤਸੰਗਤ ਰੂਪੀ ਸਰੋਵਰ ਵਿੱਚ ਕਰਹਿ ਕੰਤੂਹਲ, ਉਹ ਆਨੰਦ ਮਾਣਨਾ ਕਰਦੇ ਆ, ਖੁਸ਼ੀਆਂ ਵੰਡਦੇ ਆ। ਉਹਨਾਂ ਦਾ ਜਮਾਂ ਦਾ ਡਰ ਮਿਟ ਗਿਆ, ਦੁੱਖ ਕਾਗਰ, ਦੁੱਖਾਂ ਦਾ ਜਿਹੜਾ ਕਾਗਜ਼ ਸੀ ਨਾ, ਜਿਹੜੇ ਕਾਗਜ਼ 'ਤੇ ਇਹ ਲੇਖ ਲਿਖੇ ਜਿਨ੍ਹਾਂ ਦੁਆਰਾ ਦੁੱਖ ਮਿਲਣੇ ਸੀ, ਇਹ ਵੀ ਆਪ ਜੀ ਨੇ ਕਿਰਪਾ ਕਰਕੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਦੇ ਦਰ ਦੇ ਜਿਹੜੇ ਕਾਗਜ਼ ਉਹ ਪਾੜਦੇ, ਲੇਖਾ ਜਨਾਂ ਨੇ ਸਮਝ ਲੈਣਾ ਕੀਤਾ। ਇਸ ਪ੍ਰਕਾਰ ਆਪ ਜੀ ਦੀ ਕਿਰਪਾ ਨਾਲ ਸੰਤ ਮਹਾਂਪੁਰਖ ਆਪ ਜੀ ਦੇ ਜੋ ਹੰਸਾਵਤ ਹਨ, ਉਹ ਕੰਤੂਹਲ ਆਨੰਦ ਮਾਣਦੇ ਆ, ਖੇੜੇ ਮਾਣਦੇ ਹਨ, ਖੁਸ਼ੀਆਂ ਮਾਣਦੇ ਆ ਆਪ ਜੀ ਦੀ ਕਿਰਪਾ ਨਾਲ। ਗੁਰੂ ਪ੍ਰੇਮੀਓ, ਜੇ ਆਪਣੇ ਮਨ 'ਚ ਸ਼ੰਕਾ ਹੋਵੇ ਕਿ ਮਹਾਰਾਜ ਇਹ ਕੀ ਗੱਲ ਹੈ, ਖੁਸ਼ੀਆਂ ਖੇੜੇ ਜਾਂ ਦੰਦੀਆਂ ਕੱਢਣੀਆਂ, ਐਵੇਂ ਹੀ ਵਿਅਰਥ ਦਾ ਹੱਸੀ ਜਾਣਾ, ਉਹ ਤਾਂ ਦੁਨਿਆਵੀ ਲੋਕ ਵੀ ਬਥੇਰਾ ਕੋਈ ਛੋਟੀ ਜਿਹੀ ਖੁਸ਼ੀ ਮਿਲੀ ਤੋਂ ਕਰ ਲੈਂਦੇ ਆ, ਤੇ ਇਹ ਕੀ ਲਾਭ। ਪਰ ਪਿਆਰਿਓ, ਉਹਨਾਂ ਦੀ ਖੁਸ਼ੀ ਛੋਟੀ ਹੁੰਦੀ ਹੈ, ਉਹ ਥੋੜ੍ਹੇ ਮਾਤਰ ਹੀ ਕੋਈ ਸੋ ਪਦਾਰਥ ਪ੍ਰਾਪਤ ਹੋਵੇ ਤੇ ਖੁਸ਼ ਹੁੰਦੇ ਆ, ਸਮਾਉਂਦੇ ਨਹੀਂ ਆਪਣੇ 'ਚ। ਔਰ ਜੇ ਕੋਈ ਸੋ ਪਦਾਰਥ ਨਾਸ਼ ਹੋ ਜਾਏ, ਉਸੇ ਵੇਲੇ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ। ਔਰ ਫਿਰ ਉਹਨਾਂ ਨੂੰ ਪਰਲੋਕ ਦੇ ਵਿੱਚ ਜਿਹੜਾ ਨਾ ਜਮਾਂ ਦਾ ਡਰ ਸਦਾ ਬਣਿਆ ਰਹਿੰਦਾ, ਉਹ ਨਹੀਂ ਮਿਟਦਾ। ਪਰ ਆਪ ਜੀ ਦੇ ਜੋ ਪਿਆਰੇ ਸੰਤ ਮਹਾਤਮਾ, ਆਪ ਜੀ ਦੇ ਗੁਰਸਿੱਖ ਹਨ, ਜੋ ਹੰਸਾਂ ਦੇ ਵੱਤ ਆਪ ਜੀ ਦੇ ਆਪ ਜੀ ਰੂਪੀ ਸਰੋਵਰ ਵਿੱਚ ਰਹਿੰਦੇ, ਆਪ ਜੀ ਦੀ ਸ਼ਰਨ ਰੂਪੀ ਸਰੋਵਰ 'ਚ, ਉਹਨਾਂ ਦਾ ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ। ਜਮਾਂ ਦਾ ਡਰ ਤੇ ਦੁੱਖਾਂ ਦਾ ਜਿਹੜਾ ਇਹ ਕਾਗਜ਼, ਇਹ ਪਾੜ ਦਿੱਤਾ, ਮਿਟ ਗਿਆ ਉਹਨਾਂ ਦਾ। ਕਲ ਜੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਗਲ ਸੁਖ ਸਾਗਰ। ਧੰਨ ਗਰੀਬ ਨਿਵਾਸ ਜੀਓ, ਕਲ ਯੁਗ ਦੇ ਸਾਰੇ ਪਾਪਾਂ ਨੂੰ ਦੂਰ ਕਰਨ ਵਾਸਤੇ ਆਪ ਜੀ ਦੇ ਜੋ ਦਰਸ਼ਨ ਹੈ, ਇਹ ਸੁਖ ਸਾਗਰ, ਇਹ ਸੁਖਾਂ ਦਾ ਸਮੁੰਦਰ ਹਨ। ਜਾ ਕੋ ਮਨ ਧਿਆਨ ਧਰੈ, ਫਿਰਤ ਸਗਲ ਜੁਗ। ਜਿਸ ਅਕਾਲ ਪੁਰਖ ਦਾ ਧਿਆਨ ਧਰਨ ਵਾਸਤੇ ਮੁਨੀ ਜਨ ਸਾਰੇ ਯੁੱਗਾਂ 'ਚ ਤਪੱਸਿਆ ਕਰਦੇ ਆ,
ਔਰ ਫਿਰਦੇ ਹਨ, ਲੱਭਦੇ ਫਿਰਦੇ ਹਨ। ਕਬ ਹੁਕ ਕਉ ਪਾਵੈ ਆਤਮ ਪ੍ਰਗਾਸ ਕੋ। ਪਰ ਕੋਈ ਵਿਰਲਾ ਹੀ ਕਿਤੇ ਹੀ ਪ੍ਰਾਪਤ ਕਰਦਾ ਹੈ ਆਪਣੀ ਆਤਮਾ ਦੇ ਪ੍ਰਕਾਸ਼ ਨੂੰ। ਭਾਵ ਆਤਮਾ ਪ੍ਰਕਾਸ਼, ਆਤਮਾ ਦੇ ਗਿਆਨ ਰੂਪੀ ਪ੍ਰਕਾਸ਼ ਨੂੰ ਕੋਈ ਵਿਰਲਾ ਹੀ ਪ੍ਰਾਪਤ ਹੁੰਦਾ ਹੈ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾ ਕੋ। ਵੇਦਾਂ ਦੀ ਬਾਣੀ ਦੇ ਸਹਿਤ, ਜੋ ਵੇਦਾਂ ਦੀਆਂ ਸੁਰਤੀਆਂ ਉਚਾਰੀਆਂ, ਇਹਦੇ ਸਹਿਤ ਬਿਰੰਚ, ਇਹ ਜੋ ਬ੍ਰਹਮਾ ਹੈ, ਇਹ ਜਸ ਗਾਉਂਦਾ ਜਿਸ ਪਰਮੇਸ਼ਰ ਦਾ। ਸਿਵ ਮੁਨ ਗਹਿ ਨਾ ਤਜਾਤ ਕਬਿਲਾਸ ਕੋ। ਮੁਨੀਆਂ ਵਿੱਚੋਂ ਜੋ ਸ਼ਿਵ ਵੱਡਾ ਮੁਨੀ ਹੈ, ਉਹ ਧਿਆਨ ਇਕਾਗਰ ਕਰਨ ਵਾਸਤੇ ਕਿ ਉੱਥੇ ਕਬਿਲਾਸ ਪਰਬਤ ਤੇ ਮੈਨੂੰ ਕਿਸੇ ਨੇ ਛੇੜਦਾ ਨਹੀਂ, ਕਿਸੇ ਨੇ ਆਉਣਾ ਨਹੀਂ ਬਰਫ਼ ਵਿੱਚ ਛੇਤੀ। ਇਕਾਗਰ ਹੋ ਕੇ ਉਹ ਧਿਆਨ ਲਾਉਂਦਾ ਹੈ ਪਰਮੇਸ਼ਰ ਦਾ। ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ। ਔਰ ਨਾ ਤਜਾਤ, ਨਹੀਂ ਛੱਡ ਕੇ ਜਾਂਦਾ ਕਬਿਲਾਸ ਪਰਬਤ ਨੂੰ ਪਰਮੇਸ਼ਰ ਦਾ ਧਿਆਨ ਲਾਉਂਦਿਆਂ ਹੋਇਆ। ਜਾ ਕਉ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ। ਔਰ ਜਿਸ ਪਰਮੇਸ਼ਰ ਨੂੰ ਢੂੰਡਦੇ ਫਿਰਦੇ ਆ ਜੋਗੀ, ਦਸਮ ਦੁਆਰੇ ਪ੍ਰਾਣਾਯਾਮ ਕਰਕੇ ਭਾਲਦੇ ਆ, ਔਰ ਸਾਧਕ ਸਾਧਨਾ ਕਰਦੇ ਆ, ਸਿੱਧੀਆਂ ਪ੍ਰਾਪਤ ਕਰਨ ਵਾਲੇ, ਇਹ ਸਾਰੇ ਹੀ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ। ਸੋ ਅਨੇਕਾਂ ਤਪੀਏ ਤਪ ਕਰਨ ਵਾਲੇ। ਸੋ ਕਹਿੰਦੇ ਗੋਰਖਨਾਥ ਇਹ ਤਪ ਕਰਦਾ ਸੀ, ਨੀਂਦ ਆਉਂਦੀ ਸੀ, ਨੀਂਦ ਤੋਂ ਬਚਣ ਵਾਸਤੇ ਕੀ ਕੀਤਾ ਉਹਨੇ? ਸੋ ਰੁੱਖ ਦੇ ਉੱਤੇ ਚੜ੍ਹ ਕੇ ਬੈਠ ਗਿਆ ਕਿ ਜਦ ਨੀਂਦ ਆਊਗੀ ਡਿੱਗੂਗਾ, ਆਪੇ ਜਾਗ ਖੁੱਲ ਜੂਗੀ। ਸੋ ਇਸ ਤਰ੍ਹਾਂ ਰੁੱਖ ਤੇ ਬੈਠ ਕਰਕੇ ਕਹਿੰਦੇ ਤਪੱਸਿਆ ਕਰਦਾ ਰਿਹਾ। ਸੋ ਡਿੱਗਾ, ਖੂੰਗਾ ਵੱਜ ਗਿਆ ਅੱਖ ਵਿੱਚ, ਉਹ ਵੱਜਣ ਤੋਂ ਕਾਣਾ ਹੋ ਗਿਆ। ਸੋ ਇਸ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਜੋ ਤਪ ਕਰਦੇ ਆ ਜੋਗੀ ਜਤੀ ਦੱਤਾਤਰੇ ਆਦਿਕ ਸਿੱਧ ਸਾਧਕ ਗੋਰਖਨਾਥ ਵਰਗੇ ਜੋ ਜੋਗੀ ਹਨ, ਅਨੇਕਾਂ ਪ੍ਰਕਾਰ ਨਾਲ ਤਪ ਕਰਦੇ। ਕੋਈ ਧੂਣੀਆਂ ਲਾਉਂਦਾ ਹੈ, ਕੋਈ ਜਲ ਧਾਰੇ ਕਰਦਾ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ। ਔਰ ਕਈ ਜੜਾਵਾਂ ਦਾ ਜੂੜਾ ਬਣਾ ਕਰਕੇ, ਇਸ ਤਰ੍ਹਾਂ ਭੇਖ ਬਣਾ ਕੇ ਉਦਾਸੀਆਂ ਵਾਲਾ ਸੰਸਾਰ ਤੋਂ ਉਦਾਸ ਉਪਰਾਮ ਹੋ ਕੇ ਫਿਰਦੇ ਹਨ। ਸੋ ਤਿੰਨ ਸਤ ਗੁਰ ਸੁਖ ਪਾਏ ਕਿਰਪਾ ਧਾਰੀ ਜੀ। ਸੋ ਉਹ ਤਿਸ ਸਤਿਗੁਰੂ ਵਾਹਿਗੁਰੂ ਜੀ ਨੇ ਦੇ ਸਰੂਪ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਆਪ ਜੀ ਉੱਪਰ। ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ। ਸੁਖ ਪਾਏ, ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪਾਏ ਪ੍ਰੇਮ ਨਾਲ ਸੁਖ ਜੋ ਆਨੰਦ ਬਖਸ਼ਿਸ਼ ਕੀਤਾ, ਆਨੰਦ ਪੂਰਵਕ ਜੋ ਇਹ ਸੁਖ ਬਖਸ਼ਿਸ਼ ਕੀਤਾ ਆਪ ਜੀ ਨੂੰ। ਕੀ ਕੀਤਾ? ਨਾਮ ਦੀ ਵਡਾਈ ਦੇ, ਨਾਮ ਜੋ ਜਪਣ ਦੀ ਵਡਿਆਈ ਬਖਸ਼ਿਸ਼ ਕੀਤੀ ਹੈ। ਸੋ ਨਾਮ ਵਰਤਾਉਣ ਦੀ, ਜਿਸ ਨਾਮ ਨੂੰ ਸਾਰੇ ਹੀ ਸਿੱਧ ਸਾਧਕ ਜੋਗੀ ਤਪੀ ਜਤੀ ਸੰਨਿਆਸੀ ਬ੍ਰਹਮਚਾਰੀ ਅਨੇਕਾਂ ਪ੍ਰਕਾਰ ਦੇ ਸਾਰੇ ਮਤ ਜਿਹੜੇ ਆ ਚਾਹੁੰਦੇ ਆ ਕਿ ਸਾਨੂੰ ਨਾਮ ਦੀ ਵਡਿਆਈ ਮਿਲੇ, ਨਾਮ ਜਪਣਾ ਮਿਲੇ। ਉਹ ਨਾਮ ਵਰਤਾਉਣ ਦੀ ਸੰਗਤ ਵਿੱਚ ਆਪ ਜੀ ਨੂੰ ਵਡਿਆਈ ਧੰਨ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਨਾਮ ਨਿਧਾਨ ਧਿਆਨ ਅੰਤਰਗਤ। ਨਾਮ ਜੋ ਹੈ ਨਾ, ਇਹ ਨਾਮ ਦਾ ਖਜ਼ਾਨਾ, ਜਿਹਦੇ ਨਾਲ ਅੰਤਰਗਤ ਅੰਦਰ ਹੀ ਮੁਕਤੀ ਹੋ ਜਾਂਦੀ ਹੈ, ਬਾਹਰ ਭਟਕਣ ਦੀ ਲੋੜ ਨਹੀਂ ਪੈਂਦੀ। ਇਹਦਾ ਨਾਮ ਦਾ ਜੋ ਖਜ਼ਾਨਾ ਹੈ ਉਹ ਤਿਸ ਦਾ ਧਿਆਨ। ਤੇਜ ਪੁੰਜ ਤਿਹੋ ਲੋਗ ਪ੍ਰਗਾਸੇ। ਗੁਰੂ ਕੇ ਪਿਆਰਿਓ, ਨਾਮ ਦਾ ਖਜ਼ਾਨਾ ਆਪ ਜੀ ਨੂੰ ਪ੍ਰਾਪਤ ਹੋਇਆ ਵੰਡਣ ਵਾਸਤੇ। ਤੇਜ ਪੁੰਜ, ਜਿਸ ਦਾ ਤੇਜ ਪ੍ਰਤਾਪ ਪੁੰਜ ਸਮੂਹ ਨਾਲ ਤਿੰਨਾਂ ਲੋਕਾਂ ਨੂੰ ਪ੍ਰਕਾਸ਼ ਕਰ ਰਿਹਾ ਹੈ।
ਧੰਨ ਗੁਰੂ ਗਰੀਬ ਨਿਵਾਸ ਜੀ ਆਪ ਜੀ ਇਸ ਤਰ੍ਹਾਂ ਉਹਨਾਂ ਨੂੰ ਸੋ ਗੁਰੂ ਜੀ ਬ੍ਰਹਮ ਗਿਆਨ ਦੇ ਪੁੰਜ ਸਮੁਦਾਇ ਦੇ ਤੇਜ ਬਖਸ਼ਣ ਵਾਲੇ ਹੋ। ਆਪ ਜੀ ਸਿੱਖਾਂ ਨੂੰ ਬਖਸ਼ਿਸ਼ ਕਰ ਰਹੇ ਹੋ, ਕਿਉਂਕਿ ਇਹ ਬ੍ਰਹਮ ਗਿਆਨ ਹਸਤਾਮਲ ਵਤ ਜੋ ਸਾਰੇ ਹੀ ਥਾਵਾਂ ਦੇ ਉੱਪਰ ਬ੍ਰਹਮ ਹੀ ਬ੍ਰਹਮ ਦ੍ਰਿਸ਼ਟੀ ਆਉਂਦਾ ਹੈ, ਜਿਹਦੇ ਕੋਲ ਇਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਦੇਖਤ ਦਰਸ ਭਟਕ ਭ੍ਰਮ ਭਜਤ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਵੇਖ ਕਰਕੇ ਜੋ ਭਰਮ ਦੇ ਸਹਿਤ ਭਟਕਣਾ ਹੁੰਦੀ ਹੈ ਨਾ, ਭਟਕਾਉਣ ਵਾਲੀ ਜੀਵ ਨੂੰ, ਇਹ ਭਜਤ ਨਾਸ਼ ਹੋ ਜਾਂਦੀ, ਭੱਜ ਜਾਂਦੀ ਹੈ। ਦੁਖ ਪਰ ਹਰ ਸੁਖ ਸਹਿਜ ਬਿਗਾਸੇ। ਸਾਰੇ ਦੁੱਖ ਪਰ ਹਰ ਨਾਸ਼ ਹੋ ਜਾਂਦੇ ਆ ਤੇ ਸਹਿਜ ਸੁਖ ਪ੍ਰਕਾਸ਼ ਹੋ ਜਾਂਦਾ। ਸਹਿਜੇ ਹੀ ਸੁਖ ਹਿਰਦੇ ਵਿੱਚ ਆ ਵਸਦਾ ਹੈ। ਸੇਵਕ ਸਿੱਖ ਸਦਾ ਅਤ ਲੁਭਿਤ। ਸੇਵਕ ਜੋ ਮਾਨ ਅਭਿਮਾਨ ਨੂੰ ਤਿਆਗ ਕੇ ਸੇਵਾ ਕਰਦੇ ਉਹਨੂੰ ਉਹਦਾ ਨਾਮ ਸੇਵਕ ਹੈ, ਕਿਉਂਕਿ ਮਾਨ ਅਭਿਮਾਨ ਮੰਦ ਹੈ ਸੋ ਸੇਵਕ ਨਾਹੀਂ। ਕਹੋਣਾ ਕਿ ਮੈਂ ਗੁਰੂ ਕਾ ਸੇਵਕਾ ਸੇਵਾ ਕਰਦਾ, ਪਰ ਥੋੜ੍ਹੀ ਜਿਹੀ ਸੇਵਾ ਕਰਕੇ ਤੇ ਹੰਕਾਰ ਕਰਨਾ, ਉਹ ਸੇਵਕ ਨਹੀਂ ਕਹਿ ਜਾਂਦਾ। ਮਹਾਰਾਜ ਨੇ ਵਚਨ ਕੀਤੇ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤਤ ਸਮਦਰਸੀ ਸੰਤ ਹੋ ਕੋਈ ਕੋਟ ਮੰਦਾਹੀ। ਜਿਹੜਾ ਮਾਣ ਹੰਕਾਰ ਕਰਦਾ ਉਹ ਸੇਵਕ ਨਹੀਂ ਕਹਾਉਂਦਾ। ਸੇਵਾ ਕਰਕੇ ਜੇ ਮਾਣ ਕਰ ਲਿਆ, ਉਹ ਸੇਵਾ ਗਵਾਲੀ, ਕੀ ਫਾਇਦਾ ਹੋਇਆ। ਇਸ ਕਰਕੇ ਜਿੰਨੀ ਵੀ ਸੇਵਾ ਕੀਤੀ, ਬਹੁਤੀ ਕੀਤੀ, ਥੋੜ੍ਹੀ ਕੀਤੀ, ਉਹਨੂੰ ਜਣਾਉਣਾ ਨਹੀਂ ਤੇ ਗੁਰੂ ਕਾ ਸ਼ੁਕਰ ਕਰਨਾ, ਮਹਾਰਾਜ ਆਪ ਜੀ ਨੇ ਸੇਵਾ ਕਰਾਈ। ਜੇ ਮੈਂ ਅਲਪੱਗ ਜੀਵ ਕਰਮਾਂ ਦੇ ਬੰਧਨਾਂ 'ਚ ਪਿਆ, ਜੇ ਮਾੜੇ ਕਰਮਾਂ ਕਰਕੇ ਕਿਤੇ ਮੈਂ ਨਸ਼ੇ ਵਰਤਣ ਲੱਗ ਪੈਂਦਾ, ਮੈਂ ਕੋਈ ਮਾੜੇ ਕਰਮ ਕਰ ਲੈਂਦਾ, ਨਾਲੇ ਸਾਰੇ ਲੋਕਾਂ ਨੇ ਦੁਰੇ ਦੁਰੇ ਕਰਨੀ ਸੀ ਤੇ ਨਾਲੇ ਮੇਰਾ ਕੋਈ ਅੱਗਾ ਥੋੜ੍ਹੀ ਸੌਰਨਾ ਸੀ ਉਹਦੇ ਨਾਲ। ਆਪ ਜੀ ਦੀ ਸੇਵਾ 'ਚ ਆਪ ਜੀ ਨੇ ਕਿਰਪਾ ਕਰਕੇ ਲਾਇਆ ਤੇ ਮੈਨੂੰ ਨਾਲ ਤਾਂ ਮੇਰਾ ਅੱਗਾ ਸੌਰ ਰਿਹਾ ਹੈ, ਮੇਰੀ ਇਹ ਆਤਮ ਪਰਮਾਰਥ ਦਾ ਵਿਕਾਸ ਹੋ ਰਿਹਾ, ਨਾਲੇ ਸਾਰੇ ਲੋਕ ਕਹਿੰਦੇ ਗੁਰੂ ਕੀ ਸੇਵਾ ਕਰਦਾ, ਸਾਰਿਆਂ 'ਚ ਵਡਿਆਈ ਫ੍ਰੀ 'ਚ ਮਿਲ ਰਹੀ ਹੈ। ਇਸ ਕਰਕੇ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸ ਤਰ੍ਹਾਂ ਗੁਰੂ ਕਾ ਸ਼ੁਕਰਾਨਾ ਕਰਨਾ ਕਿ ਮਹਾਰਾਜ ਆਪ ਜੀ ਨੇ ਸੇਵਾ ਕਰਾਈ, ਮੈਂ ਕਾਹਦੇ ਜੋਗਾ। ਉਹ ਹੈ ਸੇਵਕ। ਸੇਵਕ ਸਿੱਖ, ਸਿੱਖ ਗੁਰੂ ਕੀ ਸਿੱਖਿਆ ਸੁਣਨ ਵਾਲਾ। ਸੋ ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਕੀ ਹੈ? ਗੁਰੂ ਕੀ ਸਿੱਖਿਆ ਦੀ ਵਿਚਾਰ ਕਰਨੀ, ਉਹਦੇ ਅਨੁਸਾਰ ਚੱਲਣਾ। ਸਦਾ ਅਤ ਲੁਭਤ, ਉਹ ਹਮੇਸ਼ਾ ਹੀ ਅਤਸ਼ੇ ਕਰਕੇ ਲੁਭਾਇਮਾਨ ਹੁੰਦੇ ਹਨ। ਅਲ ਸਮੂਹ ਜਿਉ ਕੁਸਮ ਸੁਬਾਸੇ। ਆਪ ਜੀ ਦੇ ਚਰਨਾਂ ਤੋਂ ਲੁਭਾਇਮਾਨ ਹੁੰਦੇ, ਆਪ ਜੀ ਦੇ ਚਰਨਾਂ ਤੇ ਜਿਵੇਂ ਸਮੂਹ ਪੌਰੇ ਜਿਹੜੇ ਆ ਨਾ, ਕੁਸਮ ਜਿਹੜਾ ਨਾ ਫੁੱਲ, ਉਹਦੀ ਸੁਬਾਸ ਸ੍ਰੇਸ਼ਟ ਵਾਸਨਾ ਨੂੰ ਦੇ ਉੱਪਰ ਲੁਭਾਇਮਾਨ ਹੁੰਦੇ ਆ। ਇਸ ਪ੍ਰਕਾਰ ਕਵਲ ਫੁੱਲ ਤੇ ਜਿਵੇਂ ਭੌਰੇ ਲੁਭਾਇਮਾਨ ਹੁੰਦੇ, ਇਸ ਤਰ੍ਹਾਂ ਗੁਰੂ ਕੇ ਪਿਆਰੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਵਾਰਨੇ ਜਾਂਦੇ ਹਨ। ਵਿਦਿਆਮਾਨ ਗੁਰ ਆਪ ਥਪਿਓ ਥਿਰ, ਸਾਚੋ ਤਖਤ ਗੁਰੂ ਰਾਮਦਾਸੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਿਦਿਆਮਾਨ ਪ੍ਰਗਟ ਹੁੰਦਿਆਂ, ਪਰ ਸਤਿਗੁਰ ਪ੍ਰਤੱਖ ਹੁੰਦੇ, ਬਹਿਰਾਜ ਆਪ ਟਿਕਾਇਆ। ਰਾਮਦਾਸ ਸੋਢੀ ਤਖਤ ਦੀਆ, ਸਭ ਜਗਤ ਚਰਨੀ ਪਾਇਆ। ਮਹਾਰਾਜ ਜੀ ਨੇ ਆਪਣੇ ਸਰੀਰ ਹੁੰਦਿਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਰੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਸਾਡਾ ਹੁਣ ਸਰੂਪ ਸਤਿਗੁਰੂ ਰਾਮਦਾਸ ਜੀ ਹਨ। ਔਰ ਪਹਿਲਾਂ ਆਪ ਸਤਿਗੁਰੂ ਜੀ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ, ਫਿਰ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਚਰਨੀ ਪਾਓ। ਜਿਹਨੇ ਸਾਡੇ ਦਰਸ਼ਨ ਕਰਨੇ, ਧੰਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੇ।
ਜਿਹੜਾ ਸਿੱਖ ਬਣਨਾ ਚਾਹੁੰਦਾ ਸਤਿਗੁਰੂ ਰਾਮਦਾਸ ਜੀ ਦੇ ਚਰਨੀ ਲੱਗੇ, ਸੋ ਲਾਹਲ ਪ੍ਰਾਪਤ ਕਰੇ, ਮੁਕਤੀ ਪ੍ਰਾਪਤ ਕਰੇ। ਸਾਚੋ ਤਖਤ ਸਾਚੋ ਤਖਤ ਗੁਰੂ ਰਾਮਦਾਸੈ। ਸੱਚਾ ਜੋ ਤਖਤ ਹੈ ਨਾ ਗੁਰਗੱਦੀ ਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਗੁਰਗੱਦੀ ਹੈ, ਇਹਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਨੇ ਟਿਕਾਇਆ। ਤਾਰਿਓ ਸੰਸਾਰ ਮਾਇਆ ਮਦ ਮੋਹਿਤ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਰੇ ਸੰਸਾਰ ਨੂੰ ਜੋ ਮਾਇਆ ਦੇ ਮਦ ਹੰਕਾਰ ਵਿੱਚ, ਨਸ਼ੇ ਦੇ ਵਿੱਚ, ਜਿਵੇਂ ਕਿਸੇ ਨੇ ਨਸ਼ਾ ਪੀਤਾ ਹੋਵੇ, ਵਰਤਿਆ ਹੋਵੇ ਤੇ ਉਹ ਉਹਨੂੰ ਸਭ ਕੁਝ ਭੁੱਲ ਜਾਂਦਾ, ਇਸ ਤਰ੍ਹਾਂ ਮਾਇਆ ਦਾ ਇਹ ਨਸ਼ਾ ਹੈ, ਪਰਮੇਸ਼ਰ ਦੀ ਸ਼ੁੱਧ ਵਿਸਰ ਜਾਂਦੀ ਆ। ਇਹ ਮੋਹ ਜਿਹੜਾ ਇਹੋ ਜਿਹਾ ਨਸ਼ਾ ਹੈ, ਮਾਇਆ ਦੇ ਮੋਹ ਦਾ ਨਸ਼ਾ ਪਰਮੇਸ਼ਰ ਵੱਲੋਂ ਭੁਲਾ ਦਿੰਦਾ ਹੈ। ਸੁਰਤ ਬੁੱਤ ਬਿਰਤੀ ਉਹਦੀ ਭੁੱਲ ਜਾਂਦੀ ਹੈ, ਵਿਸਰ ਜਾਂਦੀ ਹੈ। ਧੰਨ ਗੁਰੂ ਜੀ ਗਰੀਬ ਨਿਵਾਜ ਜੀ ਨੇ ਸੰਸਾਰ ਸਮੁੰਦਰ ਤੋਂ ਇਹ ਜੀਵਾਂ ਨੂੰ ਉਤਾਰ ਦਿੱਤਾ। ਜੋ ਮਾਇਆ ਦਾ ਨਸ਼ਾ ਸੀ ਨਾ, ਇਹ ਹੰਕਾਰ ਰੂਪੀ ਜਾਂ ਮਦ ਜੋ ਨਸ਼ਾ ਹੈ, ਇਹਦੇ ਵਿੱਚ ਜੋ ਲੱਗੇ ਸਨ। ਅੰਮ੍ਰਿਤ ਨਾਮ ਦਿਓ ਸਮਰੱਥ। ਅੰਮ੍ਰਿਤ ਮੌਤ ਤੋਂ ਰਹਿਤ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਜੋ ਸਮਰੱਥਾ ਵਾਲਾ ਹੈ, ਸਾਰੇ ਜੀਵਾਂ ਨੂੰ ਤਾਰਨ ਨੂੰ ਸਮਰੱਥ ਹੈ। ਇਹੋ ਜਿਹਾ ਨਾਮ ਸੰਸਾਰ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਪ੍ਰਚਾਰਿਆ, ਇਹ ਨਾਮ ਦਾ ਛੱਟਾ ਦਿੱਤਾ, ਨਾਮ ਦੀ ਵਰਖਾ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਫੁਨ ਕੀਰਤਵੰਤ ਸਦਾ ਸੁਖ ਸੰਪਤ। ਪੁਨ੍ਹਾ ਧੰਨ ਗੁਰੂ ਰਾਮਦਾਸ ਜੀ ਆਪ ਪ੍ਰਭੂ ਦੀ ਕੀਰਤ ਮਹਿਮਾ ਕਰਨ ਵਾਲੇ ਹੋ। ਆਦੇ ਸਿੱਖਾਂ ਤੋਂ ਆਪ ਜੀ ਪਰਮੇਸ਼ਰ ਦੀ ਮਹਿਮਾ ਕਰਾਉਂਦੇ ਹੋ। ਸਦਾ ਸੁਖ ਸੰਪਤ, ਹਮੇਸ਼ਾ ਜੋ ਦੈਵੀ ਸੰਪਦਾ ਰੂਪ ਸੁਖ ਵਿਭੂਤੀ ਆਪ ਜੀ ਗੁਰਸਿੱਖਾਂ ਨੂੰ ਬਖਸ਼ਣ ਵਾਲੇ ਹੋ। ਰਿੱਧ ਅਰ ਸਿੱਧ ਨਾ ਛੋਡੇ ਸੱਥ। ਰਿੱਧੀਆਂ, ਇਹ ਜੋ ਆਨੰਦੀ ਅਤੋਟਤਾ, ਇਹਨੂੰ ਰਿੱਧੀ ਕਹਿੰਦੇ ਆ। ਮਹਾਂਪੁਰਖ ਦੱਸਦੇ ਆ ਕਿ 5 ਸੇਰ ਅੰਨ ਲੈ ਕੇ ਤੇ ਇਹਨੂੰ ਰਿੰਨ ਦੇਣਾ, ਤੇ 8 ਦਿਨ ਜਿੰਨੇ ਮਰਜ਼ੀ ਜੀਆਂ ਨੂੰ ਵਰਤਾਈ ਜਾਣਾ, ਮੁੱਕਣਾ ਨਾ। ਇਹਨੂੰ ਕਹਿੰਦੇ ਅੰਨ ਦੀ ਅਤੋਟਤਾ, ਰਿੱਧੀ। ਸਿੱਧੀਆਂ ਜੋ ਇਹ 18 ਸਿੱਧੀਆਂ, ਜਿਹਦੇ ਵਿੱਚ 8 ਮੁੱਖ ਹੈ ਤੇ 10 ਗੌਣ, ਇਹ ਸਿੱਧੀਆਂ ਨਾ ਛੋੜੇ ਸਾਥ, ਨਹੀਂ ਛੱਡਦੀਆਂ ਉਸ ਮਹਾਂਪੁਰਖ ਗੁਰੂ ਸਿੱਖ ਪਿਆਰੇ ਦੀ ਸਾਥ ਕਹੀਏ, ਉਹਦਾ ਸਾਥ ਨਹੀਂ ਛੱਡਦੀਆਂ, ਉਹਦੇ ਚਰਨਾਂ ਨਾਲ ਲੱਗੀਆਂ ਰਹਿੰਦੀਆਂ ਕਿ ਸਾਨੂੰ ਸਫਲ ਕਰੋ। ਦਾਨ ਬੜੋ ਅਤਵੰਤ ਮਹਾਬਲ। ਇਹ ਜੋ ਵੱਡਾ ਦਾਨ ਹੈ ਨਾ, ਧੰਨ ਗੁਰੂ ਦਾਨ, ਇਹ ਨੰਨੇ ਨੂੰ ਸਿਆਰੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦਾਨੀ, ਵੱਡੇ ਦਾਨੀ ਹੋ ਆਪ ਜੀ। ਵੇਖੋ ਦਾਨ ਬਥੇਰੇ ਲੋਕ ਕਰਦੇ ਆ, ਔਰ ਉਹ ਦਾਨ ਉਹਨਾਂ ਦੇ ਮੁੱਕ ਜਾਣ ਵਾਲੇ ਆ, ਔਰ ਦਾਨ ਕਰਕੇ ਹੰਕਾਰ ਕਰਦੇ ਆ। ਛੋਟੇ ਛੋਟੇ ਉਹਨਾਂ ਦੇ ਦਾਨ ਉਹ ਬਿਲਕੁਲ ਛੋਟੇ ਰਹਿ ਜਾਂਦੇ ਆ। ਜਿੱਥੇ ਬ੍ਰਹਮ ਗਿਆਨ ਦਾ ਦਾਨ ਹੈ ਨਾ, ਇਹਦੇ ਤੁੱਲ ਹੋਰ ਸੰਸਾਰ ਵਿੱਚ ਦਾਨ ਨਹੀਂ, ਕੋਈ ਵਸਤੂ ਨਹੀਂ। ਇਸ ਕਰਕੇ ਇਹ ਵੱਡਾ ਦਾਨ ਪਰਮੇਸ਼ਰ ਦੀ ਕੀਰਤੀ ਦਾ, ਉਸਤਤ ਦਾ, ਇਹ ਆਪ ਜੀ ਨੇ ਕਿਰਪਾ ਕਰਕੇ ਇਹ ਦਾਨ ਸੰਗਤਾਂ ਨੂੰ ਵਰਤਣਾ ਕੀਤਾ। ਮਹਾਬਲ, ਆਪ ਜੀ ਮਹਾਬਲੀ ਹੋ, ਯੋਧੇ ਹੋ, ਅਤਿਅੰਤ ਬਲ ਵਾਲੇ ਹੋ, ਔਰ ਕਾਮ ਕ੍ਰੋਧ ਆਦਿਕ ਜਿਹੜੇ ਆ ਨਾ, ਇਹਨਾਂ ਨੂੰ ਵਸ ਕਰਨ ਵਾਸਤੇ ਅੱਗੇ ਗੁਰੂ ਕੇ ਪਿਆਰਿਓ ਸੋਈਏ ਵਿੱਚ ਇਹ ਪਟਜਾਂ ਨੂੰ ਉਚਾਰਨ ਕਰਨਗੇ ਕਿ ਧੰਨ ਗੁਰੂ ਰਾਮਦਾਸ ਜੀ ਨੇ ਮੋਹ ਮਲ ਵਿਵਸ ਕੀਓ, ਕਾਮ ਗਹਿ ਕੇਸ ਪਿਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ। ਸਾਚੋ ਤਖਤ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੋ ਮੋਹ ਜਿਹੜਾ ਨਾ, ਮੋਹ ਰੂਪੀ ਸੂਰਮੇ ਨੂੰ ਵਿਵਸ ਕਰਤਾ। ਵੇਖੋ ਸਾਰਿਆਂ ਨੂੰ ਇਹਨੇ ਆਪਣੇ ਅਧੀਨ ਕੀਤਾ, ਪਰ ਸਤਿਗੁਰੂ ਜੀ ਨੇ ਇਹਨੂੰ ਇਹ ਸੂਰਮੇ ਦੀ ਬੇਵਾਹ ਕਰਤੀ। ਇਹ ਸਤਿਗੁਰਾਂ ਨੂੰ ਮੋਹ ਨਹੀਂ ਸਕਦਾ। ਸੋ ਵਿਵਸ ਕੀਓ ਕਾਮ ਗਹਿ ਕੇਸ ਵਿਛਾੜਿਓ। ਕਾਮ ਜਿਹੜਾ ਨਾ ਇਹ ਸਾਰਿਆਂ ਨੂੰ ਵੇਖੋ ਇਹ ਛੱਡਦਾ ਨਹੀਂ। ਕਿੱਡੇ ਕਿੱਡੇ ਰਿਖੀਆਂ ਦੀਆਂ ਇੱਕ ਸਾਖੀਆਂ ਆਉਂਦੀਆਂ। ਧੁੰਦੂ ਰਿਖੀ ਜਿਹੜਾ ਪਰਾਸਰ ਰਿਖੀ ਹੈ ਉਹਦੀ ਸਾਖੀ ਹੈ। ਬਿਆਸ ਦਾ ਜਨਮ, ਸੋ ਮਲਾਹ ਦੀ ਲੜਕੀ ਜੋ ਸੀ ਪਾਰ ਕਰਨ ਗਈ, ਉਹਦੇ 'ਤੇ ਮੋਹਤ ਹੋ ਗਿਆ ਸੀ, ਕਾਮ ਵਾਸ਼ਨਾ ਨੇ ਘੇਰ ਲਿਆ। ਸੋ ਇਸੇ ਤਰ੍ਹਾਂ ਸੌਰਭ ਰਿਖੀ ਜੰਗਲ ਦੇ ਵਿੱਚ ਬੈਠਾ, ਇੰਨੀ ਤਪੱਸਿਆ ਕੀਤੀ ਕਿ ਬੈਠੇ ਹੋਏ ਦੇ ਉੱਪਰ ਸਿਉਂਕ ਨੇ ਵਰਮੀ ਬਣਾਤੀ, ਸਾਰਾ ਸਰੀਰ ਢੱਕਿਆ ਗਿਆ। ਰਾਜਾ ਆਇਆ, ਨਾਲ ਉਹਦੀਆਂ ਲੜਕੀਆਂ ਸਨ, 50 ਲੜਕੀਆਂ ਨੌਜਵਾਨ। ਉਹ ਵਿਚਰਦੀਆਂ ਆਈਆਂ ਉੱਥੇ ਜਿੱਥੇ ਸੌਰਭ ਰਿਖੀ ਤਪ ਕਰ ਰਿਹਾ ਸੀ, ਉੱਥੇ ਆਈਆਂ। ਅੱਖਾਂ ਇਹਦੀਆਂ ਚਮਕਦੀਆਂ ਸੀ। ਅੱਖਾਂ 'ਚ ਜਦੋਂ ਉਹਨਾਂ ਨੇ ਸੂਲਾਂ ਮਾਰੀਆਂ ਤੇ ਵਿੱਚੋਂ ਪਾਣੀ ਨਿਕਲਿਆ, ਖੂਨ ਨਿਕਲਿਆ ਅੱਖਾਂ ਦੇ ਵਿੱਚੋਂ। ਡਰ ਗਈਆਂ ਕਿ ਅਸੀਂ ਤਾਂ ਜਾਣਿਆ ਸੀ ਕਿ ਇਹ ਕੋਈ ਮਿੱਟੀ ਦੀ ਢੇਰੀ ਇੱਥੇ ਤੇ ਇਹ ਕੋਈ ਵਿੱਚ ਬੈਠਾ ਹੈ। ਆਪਣੇ ਪਿਤਾ ਨੂੰ ਆ ਕੇ ਦੱਸਿਆ। ਰਾਜੇ ਨੇ ਜਾ ਕਰਕੇ ਰਿਖੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਤੇ ਭੁੱਲ ਬਖਸ਼ਾਉਣ ਵਾਸਤੇ ਬੇਨਤੀ ਕੀਤੀ ਕਿ ਮੇਰੀਆਂ ਲੜਕੀਆਂ ਤੋਂ ਇਹ ਗੁਸਤਾਖੀ ਹੋਈ, ਮਾਫੀ ਦਿਓ। ਕਹਿਣ ਲੱਗਾ ਕਿੱਥੇ ਲੜਕੀਆਂ? ਜਦੋਂ ਵੇਖਿਆ ਤੇ ਮੋਹਤ ਹੋ ਗਿਆ। ਕਹਿਣ ਲੱਗਾ ਮਾਫੀ ਤਾਂ ਮਿਲੂਗੀ, ਇੱਕ ਲੜਕੀ ਦਾ ਮੇਰੇ ਨਾਲ ਵਿਆਹ ਕਰ। ਉਸ ਵੇਲੇ ਰਾਜੇ ਨੇ ਸੋਚਿਆ ਕਿ ਹੁਣ ਜੇ ਮੈਂ ਨਾ ਕਰਦਾ ਤੇ ਮੈਨੂੰ ਸ਼ਰਾਪ ਨਾ ਦੇ ਦੇ ਰਿਖੀ। ਕਹਿਣ ਲੱਗਾ ਜੀ ਸਾਡੀ ਕੁਲ ਦੇ ਵਿੱਚ ਇਹ ਨਿਯਮ ਹੈ ਕਿ ਕੰਨਿਆ ਜਿਹੜੇ ਵਰ ਨੂੰ ਪਸੰਦ ਕਰੇ ਉਹਦੇ ਨਾਲ ਉਹਦਾ ਅਸੀਂ ਵਿਆਹ ਕਰਦੇ ਹਾਂ। ਉਸ ਵੇਲੇ ਉਹਨੇ ਯੋਗ ਸ਼ਕਤੀ ਨਾਲ ਆਪਣਾ ਇਹੋ ਜਿਹਾ ਰੂਪ ਬਣਾਇਆ ਤੇ ਸਾਰੀਆਂ 50 ਦੀਆਂ 50 ਲੜਕੀਆਂ ਨੇ ਉਹਨੂੰ ਪਸੰਦ ਕਰ ਲਿਆ ਤੇ ਵਿਆਹ ਕੇ ਲੈ ਗਿਆ। ਵੇਖੋ ਜੰਗਲ ਵਿੱਚ ਤਪੱਸਿਆ ਕਰਨ ਵਾਲੇ ਇਹ ਸਾਰੇ ਜਿਹੜੇ ਵਿਕਾਰ ਹੈ, ਇਹਨਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੋ ਕਾਮ ਨੂੰ ਵਾਸ਼ਨਾ ਰੂਪੀ ਕੇਸਾਂ ਤੋਂ ਪਕੜ ਕੇ ਪਟਕਾ ਮਾਰਿਆ। ਕ੍ਰੋਧ ਜਿਹੜਾ ਉਹਨੂੰ ਤਿੱਖੇ ਗਿਆਨ ਰੂਪੀ ਤੇਗੇ ਦੇ ਨਾਲ ਕ੍ਰੋਧ ਖੰਡ ਪ੍ਰਚੰਡ ਟੁਕੜੇ ਟੁਕੜੇ ਕਰ ਛੁੱਟਿਆ। ਲੋਭ ਨੂੰ ਅਪਮਾਨ ਦੇ ਸਹਿਤ ਝਾੜ ਕੇ ਪਰਾਂ ਮਾਰਿਆ। ਜਨਮ ਤੇ ਮੌਤ ਇਹ ਦੋ ਜਿਹੜੇ ਆ, ਇਹ ਵੀ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਖੜੇ ਆ। ਮਹਾਰਾਜ ਹੁਕਮ ਇਸ ਤਰ੍ਹਾਂ ਸਤਿਗੁਰੂ ਜੀ ਨੇ ਭਗਤੀ ਦਾ ਇਹ ਜਿਹੜਾ ਜੋ ਪੁਲ ਬੰਨ੍ਹ ਦਿੱਤਾ। ਸਮੁੰਦਰ ਨੂੰ ਤਰਨਾ ਹੋਵੇ ਤੇ ਤਰਨ ਵਾਸਤੇ ਤੇ ਕੋਈ ਤਗੜਾ ਤੈਰਾਕ ਜਿਹੜਾ ਉਹੀ ਤਰ ਸਕਦਾ ਨਾ, ਉਹ ਵੀ ਤਰ ਕੇ ਕੋਈ ਨਹਿਰ ਪਾਰ ਕਰ ਲੂਗਾ, ਵੱਧ ਤੋਂ ਵੱਧ ਕੋਈ ਦਰਿਆ ਪਾਰ ਕਰ ਲੂਗਾ, ਪਰ ਸਮੁੰਦਰ ਨੂੰ ਤਰਨਾ ਬੜਾ ਔਖਾ। ਪਰ ਜੇ ਪੁਲ ਬੱਧਾ ਹੋਵੇ ਦਰਿਆ ਦੇ ਉੱਪਰ ਜਾਂ ਸਮੁੰਦਰ ਦੇ ਉੱਪਰ, ਤਾਂ ਕੋਈ ਜਿਹੜਾ ਜਿਹਨੂੰ ਤਰਨਾ ਨਹੀਂ ਵੀ ਆਉਂਦਾ, ਬਜ਼ੁਰਗ ਵੀ, ਬੱਚਾ ਵੀ ਜਾਂ ਲੂਲਾ ਜਿਹੜਾ ਹੈ, ਲੰਗੜਾ ਵੀ ਉਹਦੇ ਉੱਤੋਂ ਦੀ ਪੁਲ ਦੇ ਉੱਤੋਂ ਦੀ ਲੰਘ ਸਕਦਾ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁਲ ਬੰਨ੍ਹ ਦਿੱਤਾ, ਤਾਰਤਾ ਸਾਰਿਆਂ ਨੂੰ, ਤਾਰਿਓ ਸੰਸਾਰ। ਸੋ ਇਹ ਇਹੋ ਜਿਹੇ ਦਾਨੀ ਸਤਿਗੁਰੂ ਗਰੀਬ ਨਿਵਾਜ ਜੀ ਹਨ, ਮਹਾਂਬਲੀ ਹਨ ਸਾਰੇ ਇਹ ਵਿਕਾਰਾਂ ਨੂੰ ਮਾਰਨ ਵਾਸਤੇ। ਸੇਵਕ ਦਾਸ ਕਹਿਓ ਇਹੋ ਤੱਥ। ਦਾਸ ਭੱਟ ਜੀ ਕਹਿੰਦੇ ਅਸੀਂ ਸੇਵਕਾਂ ਨੇ ਇਹ ਤੱਥ, ਇਹ ਸਿਧਾਂਤ ਨਿਚੋੜ ਕਰਕੇ ਕਹਿਣਾ ਕੀਤਾ ਹੈ। ਤਾਹੇ ਕਹਾ ਪਰਵਾਹ ਕਾਹੂ ਕੀ, ਜਾ ਕੈ ਬਸੀਸ ਧਰਿਓ ਗੁਰ ਹੱਥ। ਭਾਈ ਜਿਸ ਦੇ ਸਿਰ ਦੇ ਉੱਪਰ ਵਿਸ਼ੇਸ਼ ਕਰਕੇ ਸਤਿਗੁਰੂ ਰਾਮਦਾਸ ਜੀ ਨੇ ਆਪਣਾ ਹੱਥ ਰੱਖ ਦਿੱਤਾ, ਤੇ ਉਹਨੂੰ ਦੱਸੋ ਕਾਹਦੀ ਪਰਵਾਹ ਰਹਿ ਗਈ।
ਕਿਸੇ ਦੀ ਕੋਈ ਪਰਵਾਹ ਨਹੀਂ ਰਹਿ ਜਾਂਦੀ। ਜਿਹਦੇ ਸਿਰ ਤੇ ਦਸਾਂ ਪਾਤਸ਼ਾਹੀਆਂ ਦਾ ਹੱਥ ਆ ਜਾਏ ਪਾਵਨ, ਉਹ ਕਿਸੇ ਤੋਂ ਨਹੀਂ ਡਰਦਾ। ਨਾ ਹੀ ਉਹਨੂੰ ਮੌਤ ਦਾ ਡਰ, ਨਾ ਹੀ ਉਹਨੂੰ ਵਿਕਾਰਾਂ ਦਾ ਡਰ। ਸਤਿਗੁਰੂ ਕਿਰਪਾ ਕਰਕੇ ਲਾਜਪਤ ਰੱਖਦੇ ਹਨ। ਨਾ ਉਹਨੂੰ ਕਿਸੇ ਦੁਸ਼ਮਣ ਦਾ ਡਰ। ਤੀਨ ਭਵਨ ਭਾਰਪੂਰ ਰਹਿਓ ਸੋਈ। ਤਿੰਨਾਂ ਭਵਨਾਂ ਦੇ ਵਿੱਚ ਜੋ ਪਰਿਪੂਰਨ ਹੋ ਰਿਹਾ ਪਰਮੇਸ਼ਰ। ਆਪਨ ਸਰਸ ਕੀਓ ਨਾ ਜਗਤ ਕੋਈ। ਜਿਸ ਪਰਮੇਸ਼ਰ ਨੇ ਆਪਣੇ ਵਰਗਾ ਹੋਰ ਕੋਈ ਨਹੀਂ ਬਣਾਇਆ। ਆਪਨ ਆਪ ਹੀ ਉਪਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਮੱਕੇ ਗਏ ਹਨ, ਕਾਜੀ ਨੇ ਪੁੱਛਿਆ, ਉਥੋਂ ਦੇ ਫਕੀਰਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਸਮਰੱਥ ਹੋ, ਪਰਮੇਸ਼ਰ ਦਾ ਰੂਪ ਹੋ, ਕੀ ਕਿਰਪਾ ਕਰਕੇ ਦੱਸੋ ਵੀ ਇਹੋ ਜਿਹਾ ਆਪ ਜੀ ਨੇ ਪਰਮੇਸ਼ਰ ਨੂੰ ਸਮਰੱਥ ਕਥਨ ਕੀਤਾ ਹੈ ਕਿ ਐਡਾ ਵੱਡਾ ਸਮਰੱਥ ਹੈ, ਹਰਨ ਭਰਨ ਜਾ ਕਾ ਨੇਤਰ ਹੋਰ। ਪਰ ਇਹੋ ਜਿਹਾ ਵੀ ਕੋਈ ਕੰਮ ਹੈ ਜੋ ਪਰਮੇਸ਼ਰ ਨੇ ਨਹੀਂ ਕੀਤਾ ਜਾਂ ਨਹੀਂ ਕਰ ਸਕਦਾ। ਸਾਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਹਾਂ ਭਾਈ। ਕਹਿਣ ਲੱਗੇ, ਮਹਾਰਾਜ ਐਡਾ ਸਮਰੱਥ ਪਰਮੇਸ਼ਰ ਤੇ ਕਿਹੜਾ ਕੰਮ ਜਿਹੜਾ ਨਹੀਂ ਕੀਤਾ। ਸਤਿਗੁਰੂ ਜੀ ਨੇ ਕਿਹਾ ਕਿ ਪਰਮੇਸ਼ਰ ਨੇ ਆਪਣੇ ਵਰਗਾ ਦੂਜਾ ਪਰਮੇਸ਼ਰ ਨਹੀਂ ਕੋਈ ਬਣਾਇਆ, ਉਹ ਇੱਕ ਹੀ ਆ। ਇਸ ਤਰ੍ਹਾਂ ਉਹ ਅਦਵੈਤ ਸਰੂਪ ਪਰਮਾਤਮਾ ਜਿਸ ਨੇ ਆਪਣੇ ਵਰਗਾ, ਆਪਨ ਸਰਸ ਕਹੀਏ, ਆਪਣੇ ਸਦਰਸ਼ ਸੰਸਾਰ ਵਿੱਚ ਕੋਈ ਹੋਰ ਦੂਜਾ ਪਰਮੇਸ਼ਰ ਨਹੀਂ ਬਣਾਇਆ। ਆਪਨ ਆਪ ਹੀ ਉਪਾਇਓ। ਫਿਰ ਉਸ ਪਰਮੇਸ਼ਰ ਨੂੰ ਕਿਸੇ, ਵੇਖੋ ਦੁਨੀਆ ਦੀ ਜਿੰਨੀ ਉਤਪਤੀ ਹੈ ਨਾ, ਇਹ ਮੈਥਨੀ ਸ੍ਰਿਸ਼ਟੀ ਜੋ ਰਚੀ ਹੈ, ਇਹ ਮਾਤਾ ਪਿਤਾ ਦੇ ਸੰਜੋਗ ਦੇ ਨਾਲ ਸੰਤਾਨ ਹੁੰਦੀ ਹੈ। ਮਾਤਾ ਪਿਤਾ ਤੋਂ ਬਿਨਾਂ ਬਾਲ ਨਹੀਂ ਹੁੰਦਾ। ਕੋਈ ਵੀ ਹੈ, ਪਸ਼ੂ ਪੰਛੀ, ਸੋ ਜੀਵ ਮਨੁੱਖ ਆਦਿਕ। ਪਰ ਪਰਮੇਸ਼ਰ ਦਾ ਨਾ ਤਿਸ ਮਾਏ ਨਾ ਬਾਪ ਕਿਨ ਤੂ ਜਾਇਆ। ਨਾ ਉਹਦਾ ਕੋਈ ਪਿਤਾ ਹੈ ਤੇ ਨਾ ਉਹਦੀ ਕੋਈ ਮਾਤਾ। ਆਪਨ ਆਪ ਹੀ ਉਪਾਇਓ। ਆਪਣਾ ਸਰੂਪ ਆਪਣੇ ਆਪ ਤੋਂ ਹੀ ਪ੍ਰਗਟ ਕਰਕੇ ਆਪਣੇ ਆਪ ਨੂੰ ਸੰਭਾਲਣਾ ਕੀਤਾ ਹੈ ਪਰਮੇਸ਼ਰ ਨੇ। ਸੁਰ ਨਰ ਅਸੁਰ ਅੰਤ ਨਹੀਂ ਪਾਇਓ। ਵੇਖੋ ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਇਹ ਅਸੁਰ ਦੈਂਤ, ਬੜੀਆਂ ਸ਼ਕਤੀਆਂ ਵਾਲੇ ਹੋਏ ਆ ਦੈਂਤ ਵੀ, ਜਿਨ੍ਹਾਂ ਨੇ ਇੰਦਰ ਨੂੰ ਕਈ ਵਾਰੀ ਭਜਾਤਾ, ਵਿਸ਼ਨੂੰ ਨੂੰ, ਦੇਵਤੇ ਨੂੰ, ਸ਼ਿਵ ਜੀ ਨੂੰ ਵੀ ਅੱਗੇ ਲਾ ਲਿਆ। ਐਡੇ ਸਮਰੱਥਾ ਵਾਲੇ ਦੈਂਤ ਹੋਏ। ਪਰ ਕਿਸੇ ਦੇਵੀ ਦੇਵਤੇ ਨੇ, ਦੈਂਤ ਨੇ, ਤਿਸ ਪਰਮੇਸ਼ਰ ਦਾ ਕਿਸੇ ਮਨੁੱਖ ਨੇ ਅੰਤ ਨਹੀਂ ਪਾਇਆ, ਕੋਈ ਨਹੀਂ ਪਾ ਸਕਦਾ। ਪਾਇਓ ਨਹੀਂ ਅੰਤ ਸੁਰੇ ਅਸੁਰ ਹੈ ਨਰ। ਇਹ ਛੰਦ ਦੀ ਚਾਲ ਦੁਆਰਾ ਕਥਨ ਕਰਦੇ ਆ। ਸੋ ਬੀਪਸਾ ਅਲੰਕਾਰ ਨਿਸ਼ਚੈ ਕਰਕੇ ਭਾਈ, ਕਿਸੇ ਵੀ ਦੇਵਤੇ, ਅਸੁਰ, ਦੈਂਤ ਤੇ ਮਨੁੱਖ ਨੇ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਗਣ ਗੰਧਰਵ ਖੋਜੰਤ ਫਿਰੇ। ਸਾਰੇ ਗੰਧਰਵ ਆਦਿਕ ਔਰ ਗਣ ਕਹੀਏ, ਇਹ ਜੋ ਨੰਦੀ ਭ੍ਰਿੰਗੀ ਆਦਿਕ, ਟੌਣਾ ਗੌਣਾ ਆਦਿਕ, ਇਹ ਸਾਰੇ ਜੋ ਹਨ, ਕਿਸੇ ਨੇ ਵੀ ਗੁਰੂ ਕੇ ਪਿਆਰਿਓ ਦਾ ਟੌਣਾ ਛੌਣਾ ਆਦਿਕ ਗੜਾ ਨੇ ਕਿਸੇ ਨੇ ਵੀ ਅੰਤ ਨਹੀਂ ਪਾਇਆ। ਗੰਧਰਵ ਜੋ ਦੇਵਤਿਆਂ ਦੇ ਰਾਗੀ ਖੋਜਦੇ ਲੱਭਦੇ ਫਿਰਦੇ ਰਹੇ। ਅਬਿਨਾਸੀ ਅਚਲ ਅਜੋਨੀ ਸੰਭਉ। ਸੋ ਅੰਤ ਤੱਕ ਹੀ ਪਾਉਣਾ। ਦੇਵਤਿਆ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਐ। ਜੋਗੀ ਜਤੀ ਜੁਗਤ ਮਹਿ ਰਹਤੇ। ਕਰ ਕਰ ਭਗਵੇ ਭੇਖ ਪਏ ਤਉ ਕਾਰਨ ਸਾਹਿਬਾ ਰੰਗ ਰਤੇ। ਇਹ ਸਾਰੇ ਤੁਰੇ ਫਿਰਦੇ ਰਹੇ, ਪਰ ਸੱਚੇ ਪਾਤਸ਼ਾਹ ਜੀ ਕਿਸੇ ਨੇ ਤੈਨੂੰ ਪ੍ਰਾਪਤ ਨਹੀਂ ਕੀਤਾ ਬਿਨਾਂ ਗੁਰੂ ਤੋਂ। ਪੁਰਖੋਤਮ ਅਪਾਰ ਪਰੇ। ਕਿਉਂਕਿ ਆਪ ਜੀ
ਅਬਿਨਾਸੀ ਸਰੂਪ ਹੋ, ਅਚਲ ਹੋ, ਕੁਟਸਥ ਵਾਂਗ ਹੋ। ਜਿਵੇਂ ਅਚਲ ਹੁੰਦੀ ਨਾ ਐਰਣ, ਅਜੋਨੀ ਜੂਨਾਂ ਤੋਂ ਰਹਿਤ ਹੋ। ਪੁਰਖੋਤਮ ਸੋ ਸੰਭਵ ਸੁਦੇ ਪ੍ਰਕਾਸ਼ ਹੋ। ਉੱਤਮ ਪੁਰਖ ਹੋ, ਪੁਰਖਾਂ ਨੂੰ ਉੱਤਮ ਪੁਰਸ਼ਾਰਥ ਬਖਸ਼ਣ ਵਾਲੇ ਹੋ, ਪੁਰਖਾਂ ਨੂੰ ਉੱਤਮ ਬਣਾਉਣ ਵਾਲੇ ਹੋ। ਅਪਾਰ ਪਰੇ ਪਾਰਾਵਾਰ ਤੋਂ ਰਹਿਤ ਤੇ ਪਰੇ ਹੋ ਪਰਾਰੂਪ ਹੋ। ਇਹ ਮਾਇਆ, ਇਹ ਸਾਰੀ ਪ੍ਰਕਿਰਤੀ ਉਰੇ ਹੈ, ਆਪ ਜੀ ਪ੍ਰਕਿਰਤੀ ਤੇ ਪਾਰਾਵਾਰ ਤੋਂ ਰਹਿਤ ਹੋ। ਕਾਰਣ ਕਾਰਣ ਸਮਰੱਥ ਸਦਾ ਸੋਈ, ਸਾਰੇ ਕਾਰਣਾਂ ਨੂੰ ਕਰਨ ਨੂੰ ਸਦਾ ਸਮਰੱਥ ਹੈ ਪਰਮੇਸ਼ਰ। ਸਰਬ ਜੀ ਮਨ ਧਿਆਇਓ, ਸਾਰੇ ਜੀਵਾਂ ਨੇ ਉਸ ਨੂੰ ਹੀ ਮਨ ਵਿੱਚ ਧਿਆਉਣ ਦਾ ਯਤਨ ਕੀਤਾ ਹੈ, ਅਥਵਾ ਸਾਰੇ ਜੀਵਾਂ ਦੇ ਮਨ 'ਚ ਹੀ ਹੈ। ਇਹ ਭਾਈ ਅਗਮ ਰੂਪ ਕਾ ਮਨ ਮਹਿ ਵਾਸਾ। ਸੋ ਉਹ ਅਗਮ ਰੂਪ ਦਾ, ਉਹ ਪਰਮੇਸ਼ਰ ਦਾ ਮਨ ਵਿੱਚ ਹੀ ਥਾਂ ਹੈ। ਉਹਨੂੰ ਮਨ ਵਿੱਚ ਹੀ ਖੋਜਣਾ ਕਰੋ, ਧਿਆਨ ਲੱਭਣਾ ਕਰੋ, ਮਨ ਵਿੱਚ ਹੀ ਧਿਆਨ ਧਰੋ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ। ਇਹ ਭਾਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਸਾਰ ਦੇ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ। ਤੈ ਹਰ ਪਰਮ ਪਦ ਪਾਇਓ, ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਨੇ ਹਰੀ ਦੀ ਜੋ ਪਰਮ ਪਦਵੀ ਹੈ ਨਾ, ਉਹਨੂੰ ਪ੍ਰਾਪਤ ਕੀਤਾ ਹੈ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਮਨ ਹੋ ਕਰਕੇ ਪਰਮੇਸ਼ਰ ਦੀ ਭਗਤੀ ਕੀਤੀ। ਤਨ ਮਨ ਧਨ ਗੋਬਿੰਦ ਦਿਓ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਬਚਨ ਲਿਖੇ ਆ ਨਾ ਕਿ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਖਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਸਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਿ ਸਿਉ ਬਣ ਆਈ। ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਧਰਤ ਲੁਕਾਈ। ਇਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਮਨ ਹੋ ਕੇ ਭਗਤੀ ਕੀਤੀ। ਗੁਰੂ ਪਿਆਰਿਓ, ਕਈ ਵਾਰੀ ਪਾਠੀ ਸਿੰਘਾਂ ਨੂੰ ਆਮ ਪਾਠ ਕਰਦੇ ਸੁਣੀਦਾ, ਉਹ ਕਹਿੰਦੇ ਸਤਿਗੁਰੂ ਨਾਨਕ ਭਗਤ ਕਰੀ ਇੱਕ, ਮਾਰਨ ਤੇ ਵਿਸ਼ਰਾਮ ਨਹੀਂ, ਇੱਕ ਤੇ ਵਿਸ਼ਰਾਮ ਲਾ ਦਿੰਦੇ ਆ। ਫਿਰ ਕਹਿੰਦੇ ਮਨ ਤਨ ਧਨ ਮਨ। ਸੋ ਇਸ ਤਰ੍ਹਾਂ ਉਹ ਉਚਾਰਨ ਕਰਦੇ ਆ, ਨਹੀਂ, ਇੱਥੇ ਵਿਸ਼ਰਾਮ ਲਾਉਣਾ ਹੈ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਸੋ ਤਾਂ ਆਪਣਾ ਤਨ ਮਨ ਤੇ ਧਨ ਸਾਰਾ ਗੋਬਿੰਦ ਨੂੰ ਅਰਪਣ ਕਰਕੇ ਪਰਮੇਸ਼ਰ ਨੂੰ। ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮੇਸ਼ਰ ਦਾ ਰੂਪ ਸਨ। ਫਿਰ ਵੀ ਇਹ ਭਗਤੀ ਦੀ ਰੀਤ ਸੰਸਾਰ ਵਿੱਚ ਵਿਸਥਾਰਨ ਵਾਸਤੇ ਮਹਾਰਾਜ ਜੀ ਨੇ ਭਗਤੀ ਕੀਤੀ। ਉਸ ਅਨੰਤ ਨੂੰ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਸਤਿਗੁਰੂ ਨਾਨਕ ਦੇਵ ਜੋ ਅਨੰਤ ਹੈ ਨਾ, ਬੇਅੰਤ ਰੂਪ ਪਰਮਾਤਮਾ ਦਾ ਰੂਪ ਹਨ। ਅੰਗਦ ਅਨੰਤ ਮੂਰਤ ਨਿਜ ਧਾਰੀ। ਫਿਰ ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਹਿਰਦੇ ਵਿੱਚ, ਨਿਜ ਹਿਰਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਨੂੰ ਧਾਰਨ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਨੇ। ਅਥਵਾ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਰੂਪ ਫਿਰ ਗੁਰੂ ਨਾਨਕ ਦੇਵ ਜੀ ਨੇ ਧਾਰਨਾ ਕੀਤਾ, ਆਪਣਾ ਦੂਜਾ ਰੂਪ। ਅਗਮ ਗਿਆਨ ਰਸ ਰਸਿਓ ਹੀਓ। ਗਮਤਾ ਤੋਂ ਰਹਿਤ, ਜੋ ਜਿੱਥੇ ਮਨ ਦੀ ਗਮਤਾ ਨਹੀਂ, ਉਥੇ ਹਿਰਦੇ ਵਿੱਚ ਉਹ ਜਿਹੜਾ ਗਿਆਨ ਹੈ ਨਾ, ਉਹ ਰਸ ਗਿਆ ਹਿਰਦੇ ਵਿੱਚ। ਗੁਰ ਅਮਰਦਾਸ ਕਰਤਾਰ ਕੀਓ ਵਸ। ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਤੀਜਾ ਸਰੂਪ ਗੁਰੂ ਅਮਰਦਾਸ ਜੀ ਦਾ ਧਾਰਿਆ।
ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵਸ ਕਰ ਲਿਆ, ਕਰਤੇ ਪੁਰਖ ਨੂੰ। ਵਾਹੋ ਵਾਹੋ ਕਰ ਧਿਆਇਓ, ਵਾਹੋ ਵਾਹੋ ਕਰਕੇ, ਵਾਹਿਗੁਰੂ ਵਾਹਿਗੁਰੂ ਕਰਕੇ ਧਿਆਉਣਾ ਕੀਤਾ। ਅਥਵਾ ਵਾਹੋ ਅਚਰਜ ਹੈ ਤੂੰ, ਵਾਹੋ ਪ੍ਰੇਰਕ ਹੈ ਤੂੰ, ਹੇ ਪਰਮੇਸ਼ਰ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਕਰਤਾਰ ਪੁਰਖ ਨੂੰ ਧਿਆਉਣਾ ਕੀਤਾ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦੀ ਸਾਰੇ ਸੰਸਾਰ ਦੇ ਵਿੱਚ ਜਯੋ ਜੈ ਜੈ ਜੈਕਾਰ ਹੋ ਰਹੀ ਹੈ। ਤੈ ਹਰ ਪਰਮ ਪਦ ਪਾਇਓ, ਕਿਉਂਕਿ ਆਪ ਜੀ ਨੇ ਹਰੀ ਪਰਮਾਤਮਾ ਦੇ ਸਰੂਪ ਵਾਲੀ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਕੇਵਲ ਮੁਕਤੀ ਨੂੰ ਆਪ ਜੀ ਗੁਰਸਿੱਖਾਂ ਤਾਈਂ ਵੰਡ ਰਹੇ ਹੋ। ਸੋ ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓ ਠਾਕੁਰ